सत श्री अकाल दोस्तों, मैं जीत हरजीत। गुरमीत कड़ियालवी की कहानी सारंगी की मौत लैके हाजिर हाँ। राती वरियां बाद अलगोजियां की हूक सुनी सी, बिल्कुल ओहो जही जो बचपन विच सुनदा रहा सा। ओहो जही ही वैरागमई ते दिल नूं धू पाउण वाली, किते किते कंबदी जिवें कोई सिसकियां भर रहा होवे। सारी रात मंजे ते उसल वट्टे लैंदियां ते चन्न वल नीज लाई तकदियां आ रही आवाज़ नूं सुणदा रहा सा। बाकी सारा टब्बर घूक सुत्ता पिया सी। मैं मंजे तो उठ के विहड़े विच टहलना शुरू कर दिता सी। चन्न दी चानणी विच रात बिल्कुल चिट्टी होई पई सी। मैं कंधोली दे नाल करके बनाई मिट्टी दी घोड़ी ते पैर रख के कोठे दी छत ते चढ़ आया। आसे पासे दूर दूर तक निगाह मारी, सारा पिंड सुसरी वांग ना अहल सुत्ता पिया सी, बिल्कुल मड़ियां वर्गी सुनसान। कोई कुत्ता भी नहीं सी रो रहा। पता नहीं कित्थे चले गए सन सारे। जदों बचपन सी सां तां सारी रात बहुत सारे कुत्ते रोंदे रहिंदे सन। अद्धी रात लंघदियां ही अपना राग अलापना शुरू कर दिंदे। मां कुत्तियां दे रोण नूं डाढा भैड़ा समझदी सी। ਉਹ ਕਿੰਨਾ ਬੁਰਾ ਭਲਾ ਬੋਲਦੀ ਰਹਿੰਦੀ, ਕਤੀੜ ਨੂੰ ਜਾਂ ਕਿਸੇ ਹੋਰ ਨੂੰ ਪਤਾ ਨਾ ਲੱਗਦਾ। ਕਈ ਵਾਰ ਤਾਂ ਉਹ ਬਾਪੂ ਨੂੰ ਹਲੂਣ ਕੇ ਜਗਾਉਂਦੀ ਤੇ ਗਲੀ 'ਚ ਰੋ ਰਹੇ ਕੁੱਤੇ ਨੂੰ ਭਜਾ ਦੇਣ ਬਾਰੇ ਆਖਦੀ। ਕੱਚੀ ਨੀਂਦ 'ਚੋਂ ਜਗਾ ਲੈਣ ਕਰਕੇ ਬਾਪੂ ਨੂੰ ਖਿਝ ਚੜ੍ਹ ਜਾਂਦੀ। ਆਮ ਤੌਰ 'ਤੇ ਉਹ ਕੇਸਲ ਵੱਟ ਕੇ ਪਿਆ ਹੀ ਰਹਿੰਦਾ ਤੇ ਕਈ ਵਾਰ ਅੱਕਿਆ ਮੂੰਹ 'ਚ ਬੁੜਬੁੜ ਕਰਦਾ ਸੋਟੀ ਚੁੱਕ ਗਲੀ 'ਚ ਰੋਂਦੇ ਲੁੱਟਰ ਕੁੱਤੇ ਦੇ ਚੂਕਣੇ 'ਤੇ ਜਾ ਟਿਕਾਉਂਦਾ। ਕੁੱਤਾ ਚੌਂ ਚੌਂ ਕਰਦਾ ਪਿੰਡ ਦੇ ਦੂਜੇ ਪਾਸੇ ਰੋਂਦੇ ਅਵਾਰਾ ਕੁੱਤਿਆਂ ਸੰਗ ਜਾ ਰਲਦਾ। ਪਰ ਰਾਤ ਤਾਂ ਸਾਰੇ ਪਿੰਡ 'ਚੋਂ ਇੱਕ ਵੀ ਕੁੱਤੇ ਦੇ ਰੋਣ ਦੀ ਆਵਾਜ਼ ਨਹੀਂ ਸੀ ਆਈ। ਕਹਿੰਦੇ ਨੇ ਇਹ ਸਭ ਹਾਲਾਤਾਂ ਦੀ ਦੇਣ ਸੀ। ਜੇ ਕੁੱਤੇ ਵੀ ਪਿੰਡ ਦੀ ਖਾਮੋਸ਼ੀ ਨੂੰ ਭੰਗ ਕਰ ਸਕਦੇ ਤਾਂ ਹੋ ਕਿਸ ਦੀ ਹਿੰਮਤ। ਫਿਰ ਇਹ ਟਿੱਕੀ ਰਾਤ ਵਿੱਚ ਕੌਣ ਗੁਸਤਾਖੀ ਕਰ ਰਿਹਾ ਸੀ। ਕੇਵਲ ਅਲਗੋਜ਼ਿਆਂ ਦੀ ਆਵਾਜ਼ ਹੀ ਰਾਤ ਦੇ ਸਨਾਟੇ ਭਰੀ ਖਾਮੋਸ਼ੀ ਨੂੰ ਭੰਗ ਕਰ ਰਹੀ ਸੀ। ਵਿਹੜੇ ਵਿੱਚ ਨਿਗਾਹ ਮਾਰੀ, ਬਾਪੂ ਘੂਕ ਸੁੱਤਾ ਪਿਆ ਸੀ। ਸ਼ਾਇਦ ਦਿਨ ਦੇ ਔਖੇ ਕੰਮਾਂ ਦਾ ਭੰਨਿਆ ਹੋਣ ਕਾਰਨ। ਮੇਰਾ ਦਿਲ ਬੁਰੀ ਤਰ੍ਹਾਂ ਘਬਰਾਉਣ ਲੱਗਾ। ਆਪਣੇ ਆਪ ਤੇ ਖਿਝ ਚੜ੍ਹੀ ਜੋ ਪਰਿਵਾਰ ਨੂੰ ਛੱਡ ਕੇ ਇਕੱਲਾ ਬਾਪੂ ਨੂੰ ਮਿਲਣ ਆ ਗਿਆ ਸਾਂ। ਰਾਤ ਦਾ ਭਿਆਨਕ ਸਨਾਟਾ, ਹਵਾ ਵਿਚਲਾ ਅਣਕਿਆਸਿਆ ਸਹਿਮ, ਬੰਦੇ ਨੂੰ ਕੁਝ ਵੀ ਹੋ ਸਕਦਾ, ਕਦੋਂ ਵੀ। ਕੀ ਲੈਣ ਆਉਣਾ ਸੀ ਪਿੰਡ, ਨਾਲੇ ਹੁਣ ਪਿੰਡ ਹੈ ਵੀ ਕੀ। ਮਾਂ ਦੀ ਮੌਤ ਤੋਂ ਬਾਅਦ ਇਹ ਘਰ ਵੱਢ ਖਾਣ ਨੂੰ ਆਉਂਦਾ ਏ। ਬਾਪੂ ਨੂੰ ਕਿੰਨੀ ਦਫਾ ਸ਼ਹਿਰ ਜਾਣ ਲਈ ਕਹਿ ਚੁੱਕਾ ਹਾਂ, ਪਰ ਉਸ ਦਾ ਪਤਾ ਨਹੀਂ ਕੀ ਦੱਬਿਆ ਇੱਥੇ। ਨਾਲ ਚੱਲਣ ਦਾ ਨਾਂ ਨਹੀਂ ਲੈਂਦਾ। ਕਈ ਵਾਰ ਤਾਂ ਇਸੇ ਗੱਲ ਤੇ ਬਾਪੂ ਨਾਲ ਉੱਚਾ ਨੀਵਾਂ ਵੀ ਬੋਲ ਬੈਠਾ ਸਾਂ। ਕਈ ਵਾਰ ਦੇ ਬਾਪੂ ਸਾਹਮਣੇ ਪਿੰਡ ਬਿਲਕੁਲ ਹੀ ਗੇੜਾ ਨਾ ਮਾਰਨ ਦੀ ਸਹੁੰ ਖਾਧੀ, ਪਰ ਪਤਾ ਨਹੀਂ ਕਿਹੜੀ ਸ਼ੈ ਸੀ ਜੋ 2-4 ਮਹੀਨੇ ਪਿੰਡ ਖਿੱਚ ਲਿਆਉਂਦੀ ਸੀ। ਪਿੰਡ ਦੀਆਂ ਗਲੀਆਂ ਸੱਥਾਂ ਵੇਖਣ ਨੂੰ ਜੀ ਕਰ ਆਉਂਦਾ। ਸਵੇਰੇ ਆਈਦਾ ਸੀ ਤੇ ਸ਼ਾਮ ਨੂੰ ਮੁੜ ਵਾਪਸ। ਹੁਣ ਪਿੰਡ 'ਚ ਕਿੰਨੇ ਵਰਿਆਂ ਬਾਅਦ ਰਾਤ ਗੁਜ਼ਾਰ ਰਿਹਾ ਸਾਂ। ਰੋਜ਼ੀ ਰੋਟੀ ਦੇ ਚੱਕਰ ਵਿੱਚ
ਕਿੰਨੇ ਹੀ ਵਰੇ ਬਾਹਰ ਭਟਕਦਿਆਂ ਲੰਘਾ ਛੱਡੇ ਸਨ। ਇਨ੍ਹਾਂ ਸਾਲਾਂ ਵਿੱਚ ਰੂਹ ਦੀ ਤ੍ਰਿਪਤੀ ਲਈ ਸ਼ਹਿਰ ਦੇ ਕਲੱਬਾਂ, ਸਿਨੇਮੇ ਘਰਾਂ, ਵੀਅਰ ਬਾਰਾਂ, ਹਾਤਿਆਂ 'ਚ ਭਟਕਦਾ ਰਿਹਾ। ਰੂਹ ਦੀ ਭੁੱਖ ਜਮਾਂ ਹੀ ਮਰ ਗਈ। ਪਰ ਰਾਤ ਐਨੀ ਦਰਦੀਲੀ ਹੂਕ ਸੁਣ ਕੇ ਭੁੱਖ ਜਿਵੇਂ ਫੇਰ ਚਮਕ ਪਈ ਸੀ। ਦਿਲ ਨੂੰ ਖੋਹ ਪੈਣ ਲੱਗੀ। ਹੰਝੂ ਆਪ ਮੁਹਾਰੇ ਵਗਣ ਲੱਗ ਪਏ। ਜੀ ਕਰਦਾ ਸੀ ਬਾਪੂ ਨੂੰ ਜਗਾ ਕੇ ਅਲਗੋਜ਼ਿਆਂ ਦੀ ਹੂਕ ਬਾਰੇ ਪੁੱਛਾਂ, ਪਰ ਉਸਦੀ ਨੀਂਦ ਖਰਾਬ ਹੋ ਜਾਣ ਦੇ ਡਰੋਂ ਝਿਜਕ ਗਿਆ। ਸੋਚਿਆ ਬਾਪੂ ਨੇ ਕਿਹੜਾ ਸਿੱਧਾ ਜਵਾਬ ਹੀ ਦੇਣਾ। ਉਸਨੇ ਉਲਟਾ ਕਹਿਣਾ ਸੀ, ਤੇਰੀਆਂ ਤਾਂ ਵਹਿਬਤਾਂ ਹੀ ਅਜੀਬ ਹੈ। ਧੰਨ ਤੂੰ, ਧੰਨ ਤੇਰਾ ਦਿਮਾਗ। ਕਦੇ ਕਹੇਗਾ ਇਹ ਖੂਹ ਕਿਉਂ ਬੰਦ ਹੋ ਗਏ? ਬਲਦਾਂ ਦੀਆਂ ਟੱਲੀਆਂ ਦੀ ਟੁਣਕਾਰ ਕਿਉਂ ਨਹੀਂ ਸੁਣਾਈ ਦਿੰਦੀ? ਲੋਕ ਹੱਟੀਆਂ ਪੱਟੀਆਂ 'ਤੇ ਕਿਉਂ ਨਹੀਂ ਬਹਿੰਦੇ? ਅੱਧੀ ਅੱਧੀ ਰਾਤ ਗਏ ਪੜ੍ਹਿਆ ਲਿਖਿਆ ਤੂੰ ਕਾਹਦਾ? ਸੌਰੀ ਦਿਆ ਨਵੀਆਂ ਖੋਜਾਂ ਸਾਇੰਸ ਦੀਆਂ, ਦੁਨੀਆ ਕੋਲ ਬੇਲ ਹੈ ਕਿੱਥੇ ਹੱਟੀ ਪੱਟੀ ਵਹਿਣ ਦੀ? ਐਵੇਂ ਝੁਰੀ ਜਾਂਦਾ। ਅਖੇ ਆਹ ਲਗੋਜ਼ੇ ਕੌਣ ਵਜਾਉਂਦਾ? ਖੂਹ ਕੋਈ ਤੇਰੇ ਜਿਹਾ ਰੰਨਾਂ ਦਾ ਪੱਟਿਆ। ਇਹ ਸੋਚ ਕੇ ਬਾਪੂ ਤੋਂ ਇਸ ਬਾਰੇ ਪੁੱਛਣ ਲਈ ਮੇਰਾ ਹੌਸਲਾ ਹੀ ਨਹੀਂ ਸੀ ਪਿਆ। ਬਾਪੂ ਉਂਝ ਵੀ ਇਹਨਾਂ ਗਾਉਣ ਵਜਾਉਣ ਦੇ ਕੰਮਾਂ ਨੂੰ ਕੁੱਤੇ ਕੰਮ ਹੀ ਸਮਝਦਾ ਸੀ। ਪੁੱਤ ਦੇਵਸਿਆਂ ਕੀ ਗੱਲ, ਚਿੱਤ ਢਿੱਲਾ ਜਾ, ਉਹੀ ਕੋਈ ਚਿੱਤ ਬਣੀ ਲੱਗੀ ਹੈ? ਸ਼ਾਇਦ ਬਾਪੂ ਨੇ ਮੇਰੇ ਕੋਠੇ 'ਤੇ ਚੜ੍ਹਦਿਆਂ ਦੇਖ ਲਿਆ ਸੀ। ਮੇਰੇ ਕਿੰਨਾ ਚਿਰ ਥੱਲੇ ਨਾ ਉਤਰਨ 'ਤੇ ਪਤਾ ਲੈਣ ਕੋਠੇ 'ਤੇ ਆ ਚੜ੍ਹਿਆ ਸੀ। ਬਾਪੂ ਦੀ ਗੱਲ ਦਾ ਕੋਈ ਜਵਾਬ ਮੇਰੇ ਕੋਲ ਨਹੀਂ ਸੀ। ਖਿਆਲ ਪਿੱਛੇ ਬਾਲ ਬੱਚੇ ਕੰਨੀ ਗਿਆ। ਕੋਈ ਨਾ ਭਾਈ, ਇਹੋ ਜਿਹੇ ਟਾਈਮ ਵਿੱਚ ਫਿਕਰ ਹੋ ਹੀ ਜਾਂਦਾ ਹੈ। ਥੱਲੇ ਆ ਕੇ ਸੌਂ ਜਾ, ਦਿਨੇ ਵਿੰਦ ਆਰਾਮ ਕਿਹੜਾ ਕਰਨ ਨੂੰ ਮਿਲਦਾ ਹੋਊ। ਬਾਪੂ ਆਸ ਦੇ ਉਲਟ ਨਰਮ ਸੀ। ਇੱਕ ਆ ਹਰੀਪੁਰੀਆ ਰੱਲਾ ਬਸ ਆਪ ਦਾ ਰਾਗ ਛੜੀ ਰੱਖਦਾ ਹੈ। ਸੌਣ ਕਿਹੜਾ ਦਿੰਦਾ ਕਿਸੇ ਨੂੰ? ਪਤੰਦਰ ਜਿਵੇਂ ਬੈਣ ਹੀ ਪਾਈ ਜਾਂਦਾ ਹੈ। ਆਖਦਿਆਂ ਬਾਪੂ ਥੱਲੇ ਉਤਰ ਆਇਆ। ਬਾਪੂ ਦੇ ਮੂੰਹੋਂ ਹਰੀਪੁਰੀਏ ਰਲੇ ਦਾ ਨਾਂ ਸੁਣ ਕੇ ਮੈਂ ਚੌਂਕ ਗਿਆ। ਅਲਗੋਜ਼ਿਆਂ ਦੀ ਆਵਾਜ਼ ਹੋਰ ਵੀ ਸਪਸ਼ਟ ਹੋ ਕੇ ਮੇਰੇ ਕੰਨਾਂ ਵਿੱਚ ਰਸ ਘੋਲਣ ਲੱਗੀ। ਬਚਪਨ ਦੀਆਂ ਸਾਰੀਆਂ ਯਾਦਾਂ ਨੇ ਮੇਰੇ ਦੁਆਲੇ ਝੁਰਮਟ ਮਾਰ ਲਿਆ। ਹਰੀਪੁਰੀਆ ਰਲਾ, ਢੇਰੀਆਂ ਵਾਲਾ, ਅੱਲਾ ਦਿੱਤੇ ਤੇ ਪੀਰ ਤਿੰਨੇ ਮੇਲਿਆਂ, ਮੁਸਾਬਿਆਂ ਅਤੇ ਅਖਾੜੇ ਲਾਉਂਦੇ ਸਨ। ਪੀਰੂ ਇਹਨਾਂ ਦਾ ਮੋਢੀ ਸੀ। ਇਸ ਤਿੱਕੜੀ ਦਾ ਮੋਹਰੀ ਸਰਦਾਰ, ਉਹ ਸਾਰੰਗੀ ਵਜਾਉਂਦਾ। ਹਰੀਪੁਰੀਆ ਰਲਾ ਉਸ ਦੇ ਨਾਲ ਅਲਗੋਜ਼ਿਆਂ 'ਤੇ ਸਾਥ ਦਿੰਦਾ। ਅੱਲਾ ਦਿੱਤਾ ਢੱਡ ਵਜਾਉਂਦਾ ਸੀ। ਇੱਕ ਤਿੱਕੜੀ ਨੇੜੇ ਦੂਰ 100 ਕੋਹ ਵਾਟ ਤੱਕ ਮਸ਼ਹੂਰ ਸੀ। ਤਿੰਨੇ ਆਪਣੇ ਆਪਣੇ ਸਾਜ਼ ਦੇ ਮਾਹਰ। ਪੂਰੇ ਗੁਰੂ ਪੀਰ ਦੇ ਚੰਡੇ, ਤਖਤਪੁਰੇ ਦੀ ਵਿਸਾਖੀ, ਅਨੰਦਪੁਰ ਦਾ ਹੋਲਾ ਮਹੱਲਾ, ਮਾੜੀ ਦੀ ਕੌਡੀ, ਜਗਰਾਵਾਂ ਦੀ ਰੌਸ਼ਨੀ, ਸ਼ਾਮੇ ਨੰਗਲ ਦੀ ਛਿੰਝ ਤੇ ਝਿੜੀ ਵਿੱਚ ਹਜ਼ਰਤ ਪੀਰ ਦਾ ਮੇਲਾ। ਉਹ ਕਿਹੜੀ ਜਗ੍ਹਾ ਸੀ ਜਿੱਥੇ ਇਹ ਨਹੀਂ ਸੀ ਪਹੁੰਚਦੇ? ਇਕੱਠ ਤੋਂ ਹਟ ਕੇ ਆਪਣੇ ਬੋਰੀਆ ਬਿਸਤਰਾ ਵਿਛਾਉਂਦੇ ਤੇ ਸਮਾਨ ਉਸ ਉੱਤੇ ਰੱਖ ਦਿੰਦੇ। ਪੀਰੂ ਸਾਰੰਗੀ ਨੂੰ ਸਾਫੇ ਨਾਲ ਚੰਗੀ ਤਰ੍ਹਾਂ ਸਾਫ਼ ਕਰਦਾ, ਲਾਟੂ ਘੁਮਾ ਕੇ ਤਾਰਾਂ ਕੱਸਦਾ ਤੇ ਸਾਰੰਗੀ ਚੰਗੀ ਤਰ੍ਹਾਂ ਸੁਰ ਕਰਦਾ। ਹਰੀਪੁਰੀਆ ਰਲਾ ਅਤੇ ਅੱਲਾ ਦਿੱਤਾ ਵੀ ਤਿਆਰੀ ਖਿੱਚ ਲੈਂਦੇ। ਪੀਰੂ ਸਾਰੰਗੀ ਮੱਥੇ ਨੂੰ ਛਾਉਂਦਾ ਅਤੇ ਸਾਰੰਗੀ ਦੀਆਂ ਤਾਰਾਂ 'ਤੇ ਗੱਜ ਫੇਰਨਾ ਸ਼ੁਰੂ ਕਰ ਦਿੰਦਾ। ਇੱਕਦਮ ਕਮਾਨ ਦੀ ਤਰ੍ਹਾਂ ਝੁਕਦਾ, ਜਿਵੇਂ ਧਰਤੀ ਮਾਂ ਨੂੰ ਸਿਰ ਝੁਕਾ ਰਿਹਾ ਹੋਵੇ। ਥੱਲਿਓਂ ਹੀ ਖੱਬਾ ਹੱਥ ਕੰਨ 'ਤੇ ਰੱਖ ਕੇ ਬੋਲ ਚੁੱਕਦਾ। ਹੌਲੀ ਹੌਲੀ ਸਿੱਧਾ ਹੁੰਦਾ। ਪੂਰੀ ਤਰ੍ਹਾਂ ਸਿੱਧਾ ਹੋਣ ਤੱਕ ਉਸ ਦੇ ਬੋਲ ਹਵਾ ਵਿੱਚ ਗੂੰਜਣ ਲੱਗ ਪੈਂਦੇ। ਓ ਉਸੇ ਤਰ੍ਹਾਂ ਹੀ ਹਰੀਪੁਰੀਆ ਰਲਾ ਥੱਲੇ ਝੁਕ ਕੇ ਅਲਗੋਜ਼ੇ ਵਜਾਉਣੇ ਸ਼ੁਰੂ ਕਰਦਾ। ਜਿਵੇਂ ਜਿਵੇਂ ਸਿੱਧਾ ਹੁੰਦਾ ਜਾਂਦਾ
ਅਲਗੋਜ਼ਾਂ ਦੀ ਆਵਾਜ਼ ਵਧੇਰੇ ਸਾਫ਼ ਤੇ ਸਪਸ਼ਟ ਹੁੰਦੀ ਚਲੀ ਜਾਂਦੀ। ਪੀਰੂ ਦੀ ਆਵਾਜ਼ ਦੇ ਮੱਧਮ ਜਾਂ ਉੱਚਾ ਹੋਣ 'ਤੇ ਉਸਦੇ ਅਲਗੋਜ਼ਿਆਂ ਦੀ ਸੁਰ ਵੀ ਮੱਧਮ ਜਾਂ ਉੱਚੀ ਹੁੰਦੀ ਰਹਿੰਦੀ। ਹੌਲੀ ਹੌਲੀ ਪੀਰੂ ਦੀ ਸਾਰੰਗੀ, ਅੱਲਾ ਦਿੱਤੇ ਤੇ ਉਸਦੀ ਢੱਡ, ਹਰੀਪੁਰੀਆ ਰਲਾ ਤੇ ਉਸਦੇ ਅਲਗੋਜ਼ੇ ਸਾਰੇ ਇਕਸੁਰ ਹੋ ਜਾਂਦੇ। ਮੇਲੇ ਵਿਚਲੀ ਭੀੜ ਤਿੰਨਾਂ ਦੁਆਲੇ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ। ਅੱਲਾ ਦਿੱਤਾ ਵਜਦ ਵਿੱਚ ਆ ਕੇ ਢੱਡ ਵਜਾਉਂਦਾ ਅਤੇ ਸਿਰ ਵੀ ਉਸੇ ਤਰ੍ਹਾਂ ਸੁਰ ਵਿੱਚ ਹਿਲਾਉਂਦਾ। ਭੀੜ ਦੇ ਜੁੜਦਿਆਂ ਹੀ ਪੀਰੂ ਬੋਲ ਚੁੱਕ ਲੈਂਦਾ, ਪਹਿਲੀ ਵੰਦਨਾ ਉਸ ਅਕਾਲ ਤਾਈਂ, ਸੂਰਜ ਚੰਦ ਧਰਤੀ ਜਿਹਨੇ ਸਾਜ ਦਿੱਤੀ। ਦੂਜੀ ਵੰਦਨਾ ਮਾਤਾ ਤੇ ਪਿਤਾ ਤਾਈਂ, ਦੀਨ ਦੁਨੀਆ ਸੀ ਜਿਹਨੇ ਵਿਖਾਲ ਦਿੱਤੀ। ਤੀਜੀ ਵੰਦਨਾ ਗੁਰੂ ਦੇ ਚਰਨ ਵੱਲੇ, ਮੋਇਆ ਹੋਇਆਂ ਨੂੰ ਜੀਵਨ ਦੀ ਜਾਚ ਦੱਸੀ। ਹੱਥ ਜੋੜ ਕੇ ਵੰਦਨਾ ਖਲਕ ਅੱਗੇ, ਜਿਸ ਦੇ ਪਿਆਰ ਨੇ ਦਾਸ ਦੀ ਲਾਜ ਰੱਖੀ। ਹੋ ਤਿੰਨਾਂ ਉੱਪਰ ਹੀ ਨੋਟ ਵਰਨ ਲੱਗਦੇ, ਆਲੇ ਦੁਆਲੇ ਨੋਟ ਹੀ ਨੋਟ ਖਿੱਲਰ ਜਾਂਦੇ। ਜਿੰਨਾ ਚਿਰ ਉਹ ਗਾਉਂਦੇ ਨੋਟਾਂ ਨੂੰ ਹੱਥ ਨਾ ਲਾਉਂਦੇ। ਪੈਸਾ ਉਹਨਾਂ ਲਈ ਕੋਈ ਖਾਸ ਗੱਲ ਹੈ ਹੀ ਨਹੀਂ ਸੀ। ਨੋਟ ਉਹਨਾਂ ਦੇ ਪੈਰਾਂ ਵਿੱਚ ਰੁਲਣ ਲੱਗਦੇ। ਲੋਕ ਵਾਹ ਵਾਹ ਕਰ ਉੱਠਦੇ, ਨਾਲ ਨਾਲ ਝੂਮਣ ਲੱਗਦੇ। ਪੀਰੂ ਮੁੜ ਮੁੜ ਕੇ ਝੁਕਦਾ ਤੇ ਝੁਕ ਝੁਕ ਕੇ ਉੱਠਦਾ। ਪੀਰੂ ਵਿੱਚ ਸਰਸਵਤੀ ਦੇਵੀ ਆਉਂਦੀ ਹੈ, ਕਈ ਆਖਦੇ। ਦੁਨੀਆ ਮੰਤਰ ਮੁਕਤ ਹੋ ਕੇ ਬੈਠੀ ਰਹਿੰਦੀ। ਭੀੜ ਵਿੱਚ ਕੋਈ ਖੂੰਡੇ ਵਾਲਾ ਮੁਹਰਲੀ ਬਣ ਭੀੜ ਨੂੰ ਗੋਲ ਦਾਇਰੇ ਵਿੱਚ ਬੰਨੀ ਰੱਖਣ ਲਈ ਗੇੜਾ ਦੇਣਾ ਸ਼ੁਰੂ ਕਰ ਦਿੰਦਾ। ਮੇਲੇ ਵਿੱਚ ਨੱਚਣ ਵਗਾਉਣ ਵਾਲੇ ਨਚਾਰ, ਹੀਜੜੇ ਤੇ ਨਕਲੀਏ ਆਪਣਾ ਆਪਣਾ ਅਖਾੜਾ ਬੰਦ ਕਰਕੇ ਪੀਰੂ ਹੋਰਾਂ ਦੁਆਲੇ ਮਹਿਫਲ ਆਣ ਮਲਦੇ। ਹੀਜੜਿਆਂ ਦਾ ਸਰਦਾਰ ਦੇਵੀ ਮਹੰਤ ਦੁੱਧ ਚਿੱਟੇ ਕੁੜਤੇ ਤੇ ਖੀਸੇ ਵਿੱਚੋਂ ਰੁੱਗ ਭਰ ਭਰ ਕੇ ਨੋਟ ਕੱਢਦਾ ਤੇ ਪੀਰੂ ਹੋਰਾਂ ਦੇ ਉੱਪਰ ਦੀ ਸੁੱਟ ਦਿੰਦਾ। ਇੱਕ ਇੱਕ, ਦੋ ਦੋ, ਪੰਜ ਪੰਜ, 10-10 ਦੇ ਦੁੱਧ ਚਿੱਟੇ ਨੋਟ ਜਾਪਦਾ ਜਿਵੇਂ ਨੋਟਾਂ ਦੀ ਵਰਖਾ ਹੋਣ ਲੱਗ ਪਈ ਹੋਵੇ। ਭੀੜ ਵਿੱਚ ਮਨਚਲੇ ਜਵਾਕ ਚੋਰੀ ਚੋਰੀ ਅੱਖ ਬਚਾ ਕੇ ਨੋਟਾਂ ਵੱਲ ਵੱਧਦੇ, ਪਰ ਖੁੰਡੇ ਵਾਲੇ ਮੁਹਰਲੀ ਸਰਦਾਰ ਦੀ ਅੱਖ ਤੋਂ ਨਾ ਬਚ ਸਕਦੇ। ਉਂਝ ਕਦੇ ਕਦੇ 2-4 ਨੋਟਾਂ ਦੀ ਦਾਅ ਵੀ ਮਾਰ ਲੈਂਦੇ। ਪੂਰਾ ਮੇਲਾ ਇੱਕ ਤਰ੍ਹਾਂ ਪੀਰੂ ਹੋਰਾਂ ਦੁਆਲੇ ਆ ਜੁੜਦਾ ਸੀ। ਪੀਰੂ ਇੱਕ ਵਾਰ ਸ਼ੁਰੂ ਕੀ ਹੁੰਦਾ, ਬਸ ਲੱਗ ਹੀ ਜਾਂਦਾ। ਇੱਕ ਰੱਖਦਾ, ਦੂਜੀ ਚੁੱਕ ਲੈਂਦਾ। ਲੋਕ ਆਵਾਜ਼ਾਂ ਦਿੰਦੇ, ਕੌਲਾਂ ਸ਼ਾਹਣੀ, ਧਰੂ ਭਗਤ, ਜਾਨੀ ਚੋਰ, ਸ਼ਾਮੋ ਨਾਰ, ਇੰਦਰ ਵੇਗੋ, ਦਾਹੂਦ ਬਾਦਸ਼ਾਹ ਆਵੇ ਬਈ ਓਏ, ਇੱਕ ਬੋਲ ਰੂਪ ਬਸੰਤੀ ਦਾ, ਪੀਰਾ ਸ਼ਿਆਂ, ਜ਼ਿੰਦਗੀ ਵਿਲਾਸ ਸਾਧੂ ਦਿਆ ਸਿਉਂਦਿਆ। ਇੱਕ ਦੋ ਮੱਧਮ ਜਿਹੀਆਂ ਆਵਾਜ਼ਾਂ ਆਉਂਦੀਆਂ, ਜੱਟ ਮਿਰਜ਼ਾ, ਪਰ ਇਹ ਆਵਾਜ਼ਾਂ ਇੰਨੀਆਂ ਮੱਧਮ ਹੁੰਦੀਆਂ ਕਿ ਰੁਲ ਹੀ ਜਾਂਦੀਆਂ। ਪੀਰੂ ਲੋਕਾਂ ਦੀ ਮੰਗ ਦਾ ਸੁਣਾਈ ਜਾਂਦਾ, ਜਿਹੜਾ ਕਿੱਸਾ ਛੂੰਹਦਾ ਸਿਰੇ ਲਾ ਦਿੰਦਾ। ਕਦੇ ਧਰੂ ਭਗਤ, ਕਦੇ ਸ਼ਾਹਣੀ ਕੌਲਾਂ, ਕਦੇ ਦਾਹੂਦ, ਸ਼ਾਮੋ ਨਾਰ, ਰੂਪ ਬਸੰਤ, ਸਾਹ ਬਹਿਰਾਮ ਤੇ ਕਦੇ ਪੂਰਨ ਭਗਤ। ਪੀਰੂ ਲੋਕਾਂ ਦੀਆਂ ਖਾਹਿਸ਼ਾਂ ਤੇ ਫਰਮਾਇਸ਼ਾਂ ਪੂਰੀਆਂ ਕਰਦਾ ਨਾ ਥੱਕਦਾ, ਪਰ ਉਹ ਆਪਣੇ ਹਰ ਅਖਾੜੇ ਵਿੱਚ ਆਪਣੀ ਮਰਜ਼ੀ ਅਨੁਸਾਰ ਕੌਲਾਂ ਜ਼ਰੂਰ ਸੁਣਾਉਂਦਾ। ਕੌਲਾਂ ਸ਼ੁਰੂ ਕਰਨ ਤੋਂ ਪਹਿਲਾਂ ਉਹ ਸਾਰੰਗੀ ਗਲ ਵਿੱਚ ਪਾਈ ਅਖਾੜੇ ਦੇ ਗੇੜੇ ਦਿੰਦਾ, ਚੁੱਪ ਚਾਪ। ਮੰਗਰੇ ਉਸਦੇ ਦੋਵੇਂ ਸਾਥੀ ਰਲਾ ਤੇ ਅੱਲਾ ਦਿੱਤਾ। ਪੀਰੂ ਹੌਲੀ ਹੌਲੀ ਕਹਿਣਾ ਸ਼ੁਰੂ ਕਰਦਾ, ਲੈ ਬਈ ਸਾਧ ਸੰਗਤ, ਕੌਲਾਂ ਸ਼ਾਹਣੀ, ਪਹਾੜ ਮੱਲ ਵਾਣੀਏ, ਧਰਮਦੀਪ ਦੇ ਇੱਕ ਸੌਦਾਗਰ ਦੀ ਧੀ, ਸ਼ਰਦੀ ਦੀ ਕੁੱਖੋਂ ਜਨਮ ਲੈਣ ਵਾਲੀ। ਕੌਲਾਂ ਨੇ ਮਾਂ ਬਾਪ ਦੇ ਘਰ ਜਨਮ ਲੈ ਕੇ ਮਾਂ ਦੀ ਸੱਖਣੀ ਗੋਦ ਨੂੰ ਭਰ ਦਿੱਤਾ। ਪਹਾੜ ਮੱਲ ਵਾਣੀਏ ਨੇ ਖੁਸ਼ੀ ਵਿੱਚ ਗਰੀਬਾਂ ਨੂੰ ਦਾਨ ਦਛਣਾ ਦੇ ਕੇ ਖੁਸ਼ ਕੀਤਾ। ਸਾਰਾ ਸ਼ਹਿਰ ਕੌਲਾਂ ਦੇ ਜ਼ੁਰਮ 'ਤੇ ਖੁਸ਼ ਸੀ। ਉਸ ਸਮੇਂ ਦਾ ਹਾਲ ਰਤੋਂ ਘਿਆਲੇ ਛੱਜੂ ਸਿਉਂ ਸਿੱਧੂ ਨੇ ਇਉਂ ਲਿਖਿਆ ਬਈ।
ਧਰਮਦੀਪ ਜੋ ਨਾਮ ਸ਼ਹਿਰ ਦਾ ਅੰਤ ਕੋਈ ਨਹੀਂ ਆਉਂਦਾ। ਸ਼ਾਹੂਕਾਰ ਵਸੇ ਇੱਕ ਉੱਥੇ ਦਾ ਨਾਂ ਪਹਾੜ ਸਦਾਉਂਦਾ। ਸ਼ਰਦੀ ਨਾਮ ਜਨਾਨੀ ਉਸਦੀ ਸੁੰਦਰ ਰੂਪ ਸਹਾਉਂਦਾ। ਜਰਮੀ ਲੜਕੀ ਘਰੀ ਉਹਨਾਂ ਦੇ ਛੱਜੂ ਸਿੰਘ ਬਤਲਾਉਂਦਾ। ਸੁਣ ਕੇ ਲਾਲਾ ਜੀ ਦਿਲ ਖੁਸ਼ੀ ਵਿੱਚ ਮਨਾਉਂਦਾ। ਸੁਣ ਕੇ ਲਾਲਾ ਜੀ ਤੇ ਕੌਲਾਂ ਦਾ ਮੁੱਢ ਤੋਂ ਛੋਹਿਆ ਕਿੱਸਾ ਚੱਲਦਾ ਰਹਿੰਦਾ। ਕੌਲਾਂ ਵੱਲੋਂ ਮੈਰੀ ਦੀ ਭੱਠੀ ਤੇ ਦਾਣੇ ਭੁੰਨਣ ਅਤੇ ਭੱਠੀ ਲਈ ਬਾਲਣ ਚੁੱਕ ਕੇ ਲਿਆਉਣ ਦੇ ਪ੍ਰਸੰਗ ਤੱਕ ਪੁੱਜਦਿਆਂ ਉਸਦੀ ਸਰੰਗੀ ਜਿਵੇਂ ਸੱਚੀ ਮੁੱਚੀ ਕੌਲਾਂ ਦੇ ਦਰਦਮਈ ਹਾਲਾਤ ਤੇ ਰੁਦਨ ਕਰਨ ਲੱਗਦੀ। ਹਰੀਪੁਰੀਆ ਰਲਾ ਵੀ ਉਸ ਸਮੇਂ ਸਿਖਰ ਨੂੰ ਛੋਹ ਲੈਂਦਾ। ਅਲਗੋਜ਼ਾਂ ਦੀ ਹੂਕ ਅੰਬਰ ਨੂੰ ਚੀਰ ਜਾਂਦੀ। ਉਹ ਗੋਡਨੀਆਂ ਲਾ ਕੇ ਮੂੰਹ ਉੱਪਰ ਨੂੰ ਚੁੱਕ ਲੰਮੀ ਸੁਰ ਲਾਪਦਾ, ਜਿਵੇਂ ਸਾਰਾ ਬ੍ਰਹਿਮੰਡ ਹੁਬਕੀ ਹੁਬਕੀ ਰੋਂਦਾ ਹੋਵੇ। ਪੀਰੂ ਦੀਆਂ ਅੱਖਾਂ ਵਿੱਚੋਂ ਪਾਣੀ ਵੱਟਾਂ ਬੰਨੇ ਟੱਪ ਕੇ ਬਾਹਰ ਆ ਜਾਂਦਾ। ਪੀਰੂ ਦੀ ਆਵਾਜ਼ ਵਿੱਚੋਂ ਸਿਸਕੀਆਂ ਸੁਣਾਈ ਦੇਣ ਲੱਗਦੀਆਂ। ਪਤੀ ਦੇਵ ਨੇ ਘਰੋਂ ਹੈ ਕੱਢ ਦਿੱਤੀ। ਕੌਲਾ ਬਾਬਲਾ ਤੇਰੀ ਵੇ ਧੀ ਪਿਆਰੀ। ਉੱਚੇ ਮਹਿਲਾਂ 'ਚ ਜਿਹੜੀ ਸੀ ਵਾਸ ਕਰਦੀ। ਭੈੜੀ ਕਿਸਮਤ ਨੇ ਪੱਟ ਕੇ ਭੋਏ ਮਾਰੀ। ਗੋਲੀਆਂ ਬੰਦੀਆਂ ਤੇ ਹੁਕਮ ਚਲਾਵਦੀ ਸੀ। ਔਖਾ ਵੇਲੜਾ ਮਸਾਂ ਟਪਾਉਣ ਲੱਗੀ। ਘਾਹ ਖੋਤ ਕੇ ਭੱਠੀ ਲਈ ਚੁਗ ਬਾਲਣ ਮੈਰੀ ਨਾਲ ਵੇ ਵਕਤ ਲਗਾਉਣ ਲੱਗੀ। ਝੂਠੀਆਂ ਤੋਹਮਤਾਂ ਲੋਕਾਂ ਦੇ ਬੋਲ ਸੁਣ ਕੇ ਜਾਂ ਕਾਲਜੇ ਦਾ ਭਰਿਆ ਰੁੱਗ ਬਾਬਲ। ਪਾਟੇ ਕੱਪੜੇ ਧੱਕੇ ਮੈਂ ਫਿਰਾਂ ਖਾਂਦੀ। ਧੀ ਦੇ ਸੁਣ ਲੈ ਆਣ ਕੇ ਦੁੱਖ ਬਾਬਲ। ਬੇ ਧੀ ਦੇ ਬੇਧਰਮੀ ਬਾਬਲਾ ਬੇਧਰਮੀਆਂ ਹੋ। ਸਰੰਗੀ ਵਾਲੇ ਉਸਦੇ ਹੱਥ ਕੰਬਣ ਲੱਗ ਜਾਂਦੇ। ਉਹ ਨਿਢਾਲ ਹੋ ਕੇ ਡਿੱਗ ਪੈਂਦਾ। ਹੋਰ ਉਸ ਤੋਂ ਗਾਇਆ ਨਹੀਂ ਸੀ ਜਾਂਦਾ। ਹਮੀਰਪੁਰੀਆ ਰਲਾ ਤੇ ਅੱਲਾ ਦਿੱਤੇ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੰਦੇ। 2-4 ਖੜਪੈਂਚ ਹੋਰ ਵੀ ਉਹਨਾਂ ਦੀ ਸਹਾਇਤਾ ਕਰਦੇ। ਇਸ ਦੇ ਨਾਲ ਹੀ ਅਖਾੜਾ ਹਿੱਲ ਜਾਂਦਾ। ਪੀਰੂ ਆਪਣੇ ਅਖਾੜੇ ਵਿੱਚ ਕਦੇ ਮਿਰਜ਼ਾ ਨਹੀਂ ਸੀ ਸੁਣਾਉਂਦਾ। ਜੇਕਰ ਬਹੁਤ ਹੀ ਮਜਬੂਰੀ ਬਸ ਸੁਣਾਉਣਾ ਵੀ ਪੈ ਜਾਂਦਾ ਤਾਂ ਅਖਾੜੇ ਦੀ ਬਿਲਕੁਲ ਅਖੀਰ ਵਿੱਚ, ਜਦੋਂ ਅਖਾੜਾ ਹਿੱਲਣ ਵਾਲਾ ਹੋਵੇ, ਉਦੋਂ ਹੀ ਸੁਣਾਉਂਦਾ। ਪੀਰੂ ਸਾਫ ਸੁਥਰਾ ਗਾਉਂਦਾ ਸੀ। ਇਸ ਕਰਕੇ ਉਹ ਮਿਰਜ਼ਾ ਸੁਣਾਉਣ ਤੋਂ ਇਨਕਾਰ ਕਰ ਦਿਆ ਕਰਦਾ ਸੀ। ਉਹ ਮਿਰਜ਼ੇ ਨੂੰ ਸੱਚਾ ਆਸ਼ਿਕ ਨਹੀਂ ਸੀ ਸਮਝਦਾ। ਪੀਰੂ ਕਹਿੰਦਾ ਕਿ ਮਿਰਜ਼ੇ ਨੇ ਇਸ਼ਕ ਹਕੀਕੀ ਨੂੰ ਇਸ਼ਕ ਮਜਾਜੀ ਵਿੱਚ ਤਬਦੀਲ ਕਰਕੇ ਪਾਕ ਮੁਹੱਬਤ ਨੂੰ ਸਦਾ ਲਈ ਦਾਗੀ ਕਰ ਦਿੱਤਾ ਸੀ। ਪੀਰੂ ਅਨੁਸਾਰ ਜੇ ਇਹ ਗਾਉਣ ਵਾਲੇ ਉੱਚੀ ਉੱਚੀ ਆਵਾਜ਼ ਵਿੱਚ ਮਿਰਜ਼ਾ ਸੁਣਾਉਂਦੇ ਹਨ ਤਾਂ ਸਿਰਫ ਪੈਸਾ ਕਮਾਉਣ ਲਈ। ਪੀਰੂ ਕਿਹਾ ਕਰਦਾ ਸੀ, ਮੈਂ ਪੈਸਾ ਨਹੀਂ ਕਮਾਉਣਾ, ਫਿਰ ਮਿਰਜ਼ਾ ਕਿਉਂ ਗਾਵਾਂ। ਪੈਸਾ ਕਮਾਉਣ ਲਈ ਵੀ ਕਾਸ ਤੋਂ। ਪੈਸਾ ਤਾਂ ਬਦਮਾਸ਼ਾਂ ਤੇ ਲੁੱਚਿਆਂ ਕੋਲ ਵੀ ਵਾਧੂ ਹੁੰਦਾ ਹੈ। ਇਹ ਪੀਰੂ ਨਹੀਂ ਪੈਸੇ ਖਾਤਰ ਗੰਦਮੰਦ ਗਾ ਸਕਦਾ। ਪੀਰੂ ਅਕਸਰ ਕਿਹਾ ਕਰਦਾ ਸੀ, ਗਾਉਣ ਤਾਂ ਇੱਕ ਇਬਾਦਤ ਹੈ, ਭਲਾ ਇਬਾਦਤ ਤੋਂ ਵੀ ਕੁਛ ਕਮਾਇਆ ਜਾ ਸਕਦਾ। ਪੀਰੂ ਸੀ ਪੂਰਾ ਅਣਖੀ, ਦਲੇਰ, ਸੱਚਾ ਸੁੱਚਾ ਤੇ ਖੁਦਾ ਦਾ ਬੰਦਾ। ਹਜ਼ਰਤ ਪੀਰ ਝਿੜੀ ਵਾਲੇ ਦੀ ਦਰਗਾਹ ਤੇ 11ਵੀਂ ਨੂੰ ਭਾਰੀ ਖਲਕਤ ਜੁੜਦੀ ਸੀ। ਇੱਕ ਸਾਲ ਸਾਉਣ ਦੀ 11ਵੀਂ ਨੂੰ ਪਿਛਲੇ ਸਾਰੇ ਸਾਲਾਂ ਨਾਲੋਂ ਵੱਧ ਮੁਲਕ ਇਕੱਠਾ ਹੋਇਆ। ਪੀਰ ਦੀ ਗੱਦੀ ਤੇ ਵਿਰਾਜਮਾਨ ਸੀ। ਉਦੋਂ ਸਾਈਂ ਹੁਸਨ ਸ਼ਾਹ ਬੜੀ ਦੂਰ ਦੂਰ ਤੱਕ ਮਹਿਮਾ ਸੀ ਉਸਦੀ। ਪੂਰਾ ਪਹੁੰਚਿਆ ਹੋਇਆ ਫਕੀਰ, ਗਾਉਣ ਵਾਲਿਆਂ, ਸਾਧਾਂ, ਫਕੀਰਾਂ, ਨਚਾਰਾਂ, ਖੁਸਰਿਆਂ ਤੇ ਕਲਾਕਾਰਾਂ ਦਾ ਪੂਰਾ ਸਰਪ੍ਰਸਤ। ਉੱਚੇ ਥੜੇ ਤੇ ਅਖਾੜਾ ਜੰਮਦਾ ਹੁੰਦਾ ਸੀ। ਗਾਉਣ ਵਾਲੀ ਟੋਲੀ ਵਿਚਕਾਰ ਖੜ ਜਾਂਦੀ। ਇੱਕ ਪਾਸੇ ਆਸਣ ਤੇ ਸਾਈਂ ਜੀ ਬੈਠ ਜਾਂਦੇ, ਆਸੇ ਪਾਸੇ ਖਲਕਤ ਡੇਰੇ ਲਾ ਲੈਂਦੀ। ਦਿਨ ਦੇ ਛਪਾਹ ਨਾਲ ਸ਼ੁਰੂ ਹੋਇਆ ਰਾਗ ਰੰਗ ਸਾਰੀ ਰਾਤ ਚੱਲਦਾ ਰਹਿੰਦਾ। ਇੱਕ ਪਾਸੇ ਗਾਉਣ ਵਾਲੇ ਗਾਈ ਜਾਂਦੇ, ਦੂਜੇ ਪਾਸੇ ਖੁਸਰੇ ਤੇ ਨਾਚਾਰ ਆਪਣਾ ਰੰਗ ਜਮਾਈ ਰੱਖਦੇ। ਮੁੰਡੀਹਰ ਬਹੁਤ ਖੁਸਰਿਆਂ ਨਚਾਰਾਂ ਦੇ ਅਖਾੜੇ ਵਿੱਚ ਹੀ ਹੁੰਦੀ। ਕਿਸੇ ਪਾਸੇ ਕੋਈ ਫਕੀਰ ਧੂਣੀ ਤੇ ਬੈਠਾ ਚਰਮ ਖਿੱਚੀ ਜਾਂਦਾ ਤੇ ਆਲੇ ਦੁਆਲੇ ਜੁੜੇ ਬੈਠੇ ਬੁੱਢਿਆਂ ਨੂੰ ਕੋਈ ਕਥਾ ਸੁਣਾਈ ਜਾਂਦਾ। ਗਾਉਣ ਵਾਲੀਆਂ ਟੋਲੀਆਂ ਵਾਰੀ ਸਿਰ ਲੱਗਦੀਆਂ। ਮੇਲੇ ਦਾ ਸੈਕਟਰੀ
हर टोली नूं वंडमा हिस्सा आउंदा टाइम दिंदा। पीरू भी हर साल अपने टोली वाला नाल पीर दी दरगाह ते हाज़री भरदा सी। पीरू नूं सारिਆਂ ਤੋਂ ਪਿੱਛੋਂ ਵਾਰੀ ਮਿਲਦੀ। स्टेज वाले कहते सन जे पीरू नूं पहला टाइम दे दिता फिर दूजिਆਂ ਨੂੰ ਪਿੱਛੋਂ कोई सुनदा नहीं। उस साल पीरू ने हाज़री भरी सी जदों पीरू ने सरंगी दीयां तारां ते गज फेरिया। नचारां ते खुसरियां दीयां भरियां महफिलां खिंड पुट गईयां। सारे नचार ते खुसरे भी महफिल विच आण जम्मे। पीरू ने बोल चुक्या, लोग सौ गए। पीरू गाई जावे, लोग सुनी जाण। ऐना मुल्क तिल सुट्टिया ना, पुंजे ना डिगे। लोग अश अश कर उठे। साईं ने बगली च हथ मारिया ते नोटां नाल रुग भर लिया। बैठे ही बैठे पीरू दे उपर दी वरखा कर दिती। पीरू ने पहला रूप बसंत छो लिया। दुनिया लगी साह रोक के सुन। पीरू दियां अखां चों जणी दा दरिया चल पिया। हरीपुरिया ते अल्लाह दिता दूरे हो जाण। महफिल विच तड़के तड़के सरदार बैठे सी। 100 घमा मिल्ख दे मालक एक दूजे तो वध वधा के नोट वारन। आम गाउण वालियां वांगू पीरू होरी पैसे देण वाले सरदारां दा नां लैके उच्ची उच्ची वेला नहीं सी करदे ते ना ही वधिया वधिया विश्लेषण ला के इन्हां सरदारां नूं खुश करदे। उस साल खलकत विच रंगड़िया सरदार वघेल सिंह भी बैठा सी। पूरा फब के, मुछां कुंडियां, दाड़ी तेल नाल चोपड़ी, दुनाली मोढे ते दुध वर्गा कुड़ता चादरा, कुड़ते हेठ पाई फतूही दियां जेबां नोटां नाल तुसियां। सरदार रोब-दाब नाल इउं बैठा जिवें कोई महाराजा होवे। पीरू सब कासे तो बेपरवाह एक किस्सा छड्ड दूजा छो ले। कौलां शाहणी ते पुजदियां पुजदियां सरदार दा सबर जवाब दे गया। घर दी कड्डी दा लाया पैगोस अंदर खौरू पाउण लग पिया। उन्हें 100 दे नोट भरे मन मुठ ते मीरू वल वधा दिते। ओए छड्ड परां पीरूआ, की रंडी रोना जिहा पा रखिया। ओए की बदकार रना दा किस्सा छो छड्डिया ई। सुना कोई मिर्ज़े जट दी। नहीं सहबां मेरी बक्की तो डरन फरिश्ते ते मैथों डरे खुदा। बुर्रा ते नाल ही उन्हें ललकारा मारिया। सरदार दी बाकी जुंडली ने भी ललकारे का जवाब दिता। 100 दे नोट देख के दुनिया दंग रह गई। बहुते लोगों ने 100 का नोट उस दिन पहली बार देखा सी। खलकत विच सरदार दे इसे तरह करन नाल रौला पै गया। मिर्ज़ा मिर्ज़ा दियां आवाज़ां बाकी खलकत विचों भी आईयां। पीरू कुछ चिर शांत खड़ा रहा। किस्सा उसने गाउणा बंद कर दिता। हौली हौली उसदियां अखां विच लाल डोरे उतरते गए। उसने थल्ले डिगे 100 दे नोट चुके। मड़क नाल सरदार दे सामने आ खड़ा होया। एकदम लोकां विच रौला पै गया। पीरू ने नोट सरदार दे मूँह ते चला मारे ते गुस्से नाल धरती ते थुक दिता। सरदार दी भरी महफिल विच भारी बेइज्जती हुई। उसदियां अखां विच अग दे गोले उतर आए। सरदार अजे कुछ बोलण ही लगा कि साईं हुसन शाह दे उठ के पीरू बुक्कल विच लै लिया। लोकां खुशी विच चीकां कूकां ते ताड़ियां मारियां। मुंडहीर मच्छर गई। सरदार नाल खैबाजी रखण वालियां ने पीरू दे उत्ते नोटां दा मींह बरसा दिता। सरदार नूं नीमा दिखाउण दा उन्हां हत्थीं मसी सुनहरा मौका लगा सी। उन्हां दियां आवाज़ां हवा विच गूंजियां। अशके वई अणखी दलेर दे सदके मां दे जीने पीरू जणिया। जींदा रह ओए पीर सियां। सरदार हू आपदे घरे हू। साधां पीरां फकीरां ते गवंतरियां ते की जोर। अखाड़े विच रौला पै गया। कोई कुछ बोलदा सी, कोई कुछ। सरदार दे चमचिਆਂ ਨੂੰ चिड़ गई। ਉਹ लड़न लई तैयार हो गए। सरदार ਨੂੰ डुੱਬ मरन ਨੂੰ कोई ਥਾਂ नहीं सी ਲੱਭਦੀ। उसदा जी करदा सी पीरू ਨੂੰ ਕੱਚੇ ਨੂੰ खा जाए, पर उस समय ਨੂੰ विचार गया। ਉਹ सारा गुस्सा अंदरे अंदर पी गया। उसने अपने कौली चट चमचिਆਂ ਨੂੰ ਅੱਖ ਦੀ ਘੂਰ ਨਾਲ चुप कराया ते नक्कों ठूहें ਡੇਗਦਾ महफल छड्ड के तुर गया।
ਉਸਦੇ ਜਾਂਦੇ ਦੇ ਮਗਰੇ ਮੰਡੀਰ ਦਾ ਦਿਲ ਲੂਹਣ ਵਾਲੇ ਫਿਕਰੇ ਵੀ ਤੁਰ ਗਏ। ਸਰਦਾਰ ਨੇ ਉਸ ਦਿਨ ਆਪਣੀ ਬੇਇੱਜ਼ਤੀ ਤਾਂ ਸਹਿ ਲਈ, ਪਰ ਖੋਰ ਨਾ ਛੱਡਿਆ। ਇਲਾਕੇ ਦੇ ਯਾਰ ਬਾਸ਼ ਥਾਣੇਦਾਰ ਨੂੰ ਮਿਲ ਕੇ ਪੀਰੂ ਨੂੰ ਅਫੀਮ ਵੇਚਣ ਦੇ ਝੂਠੇ ਕੇਸ ਵਿੱਚ ਫੜਾ ਦਿੱਤਾ। ਥਾਣੇਦਾਰ ਵਿੱਚ ਸਰਦਾਰ ਨੇ ਪੀਰੂ ਨੂੰ ਕੋਲ ਖੜ ਕੇ ਕੁੱਟਵਾਇਆ। ਕੁੱਟ ਕੇ ਥਾਣੇ ਵਾਲਿਆਂ ਨੂੰ ਪੀਰੂ ਨੂੰ ਅਧਮ ਹੋਇਆ ਕਰ ਦਿੱਤਾ। ਸਰਦਾਰ ਦੇ ਆਖੇ ਪੁਲਸੀਆਂ ਨੇ ਪੀਰੂ ਦੇ ਹੱਥ ਪੁੱਠੇ ਕਰਕੇ ਉਂਗਲਾਂ 'ਤੇ ਸੋਟੀਆਂ ਮਾਰੀਆਂ, ਹੱਥਾਂ ਦੀਆਂ ਤਲੀਆਂ ਨੂੰ ਕੁੱਟਿਆ। ਆਪਣੇ ਵੱਲੋਂ ਪੀਰੂ ਦੇ ਹੱਥਾਂ ਸਰੰਗੀ ਵਜਾਉਣ ਤੋਂ ਪੂਰੀ ਤਰ੍ਹਾਂ ਨਕਾਰਾ ਕਰ ਦਿੱਤੇ। ਸਰਦਾਰ ਕੁਰਲਾਉਂਦੇ ਪੀਰੂ ਦੇ ਸਿਰਹਾਣੇ ਖੜਾ ਹੱਸਦਾ ਰਿਹਾ। ਥਾਣੇਦਾਰ ਨੇ ਪੀਰੂ ਨੂੰ ਸਰਦਾਰ ਤੋਂ ਮਾफ़ੀ ਮੰਗ ਲੈਣ ਤੇ ਛੱਡ ਦੇਣ ਬਾਰੇ ਕਿਹਾ, ਪਰ ਪੀਰੂ ਨੇ ਧੌਣ ਅਕੜਾ ਕੇ ਸਰਦਾਰ ਵੱਲੋਂ ਵੇਖਿਆ ਤੇ ਭੁੰਜੇ ਥੁੱਕ ਦਿੱਤਾ। ਸਰਦਾਰ ਦੇ ਵਿਰੋਧੀਆਂ ਤੇ ਪੀਰੂ ਦੇ ਹਮਦਰਦੀਆਂ ਨੇ ਪੂਰੀ ਭੱਜ ਦੌੜ ਕਰਕੇ ਪੁਲਿਸ ਦੇ ਵੱਡੇ ਅਫਸਰਾਂ ਨੂੰ ਮਿਲ ਮਿਲਾ ਕੇ ਮਸੀਂ ਪੀਰੂ ਨੂੰ ਛੁਡਾਇਆ। ਪੀਰੂ ਪਿੰਡ ਪਰਤਿਆ, ਬੁਰੀ ਤਰ੍ਹਾਂ ਨਪੀੜਿਆ ਨਿਢਾਲ ਹੋਇਆ। ਤੁਰਨ ਸਮੇਂ ਉਸਦੇ ਅੰਗ ਅੰਗ ਵਿੱਚ ਪੀੜ ਨਿਕਲਦੀ ਸੀ, ਪਰ ਉਹ ਕਿਸੇ ਜੇਤੂ ਵਾਂਗ ਧੌਣ ਅਕੜਾ ਕੇ ਸੜਕ 'ਤੇ ਤੁਰਦਾ ਰਿਹਾ। ਇਸ ਵਾਰ ਵੀ ਹਾਰ ਸਰਦਾਰ ਦੀ ਹੀ ਹੋਈ ਸੀ। ਇਸ ਕੁੱਟ ਨੇ ਕੁਝ ਸਮੇਂ ਲਈ ਪੀਰੂ ਨੂੰ ਤੁਰਨ ਫਿਰਨ ਗਾਉਣ ਤੋਂ ਰੋਕ ਦਿੱਤਾ ਸੀ। ਜੋ ਵੀ ਪੀਰੂ ਨੂੰ ਮਿਲਣ ਗਿਆ, ਉਸਨੇ ਇਹੀ ਸਮਝਿਆ ਕਿ ਪੀਰੂ ਨਾ ਹੁਣ ਗਾ ਸਕੇਗਾ, ਨਾ ਸਰੰਗੀ ਵਜਾ ਸਕੇਗਾ। ਲੋਕ ਪੀਰੂ ਦੇ ਮੂੰਹ 'ਤੇ ਉਸਦੇ ਛੇਤੀ ਹੀ ਠੀਕ ਹੋ ਜਾਣ 'ਤੇ ਗਾਉਣ ਲੱਗਣ ਦੀਆਂ ਗੱਲਾਂ ਕਰਦੇ, ਉਸਨੂੰ ਧਰਵਾਸ ਦਿੰਦੇ, ਪਰ ਪੀਰੂ ਤੋਂ ਪਾਸੇ ਹੋ ਨਿਰਾਸ਼ਾ ਵਿੱਚ ਸਿਰ ਮਾਰਨ ਲੱਗ ਜਾਂਦੇ। ਹੁਣ ਨਹੀਂ ਪੀਰੂ ਉੱਠਦਾ। ਪੁਲਿਸ ਦੀ ਕੁੱਟ ਛੱਡਦੀ ਹੈ ਕਿਸੇ ਨੂੰ ਉੱਠਣ ਜੋਗਾ। ਕੰਜਰਾਂ ਨੇ ਮਾਰੀਆਂ ਵੀ ਹੱਥਾਂ 'ਤੇ ਹੀ। ਮੇਰਾ ਖਿਆਲ ਹੱਥ ਨਹੀਂ ਕੰਮ ਕਰਨ ਲੱਗਦੇ। ਹੁਣ ਕੀ ਗਵਾਇਆ ਸੀ ਪੀਰੂ ਨੇ ਕਿਸੇ ਦਾ। ਹੁਣ ਨਹੀਂ ਸੁਣਨ ਨੂੰ ਮਿਲੂਗੀ ਪੀਰੂ ਦੀ ਸਰੰਗੀ। ਬਸ ਸੁਪਨਾ ਹੀ ਹੋ ਗਏ ਰਹਿ ਜੂ, ਕੋਈ ਬਹੁਤ ਹੀ ਡੁੱਬੀ ਆਵਾਜ਼ ਵਿੱਚ ਆਖਦਾ। ਸਰਦਾਰ ਅਤੇ ਉਸਦੇ ਚਮਚਿਆਂ ਤੋਂ ਬਗੈਰ ਤਕਰੀਬਨ ਸਾਰਾ ਪਿੰਡ ਹੀ ਪੀਰੂ ਦਾ ਪਤਾ ਲੈਣ ਆਇਆ। ਪੀਰੂ ਦੁਆਲੇ ਸਾਰੀ ਦਿਹਾੜੀ ਮੇਲਾ ਲੱਗਾ ਰਹਿੰਦਾ। ਲੋਕ ਪੀਰੂ ਨਾਲ ਹੋਏ ਧੱਕੇ ਦੀਆਂ, ਪੀਰੂ ਦੀ ਅਣਖ ਤੇ ਦਲੇਰੀ ਦੀਆਂ ਅਤੇ ਪੀਰੂ ਨਾਲ ਹਮਦਰਦੀ ਦੀਆਂ ਗੱਲਾਂ ਕਰਦੇ ਤੁਰ ਜਾਂਦੇ। ਪੀਰੂ ਦੇ ਜੋਟੀਦਾਰ ਹਰੀਪੁਰੀਏ ਰਲੇ ਅਤੇ ਅੱਲਾ ਦਿੱਤੇ ਨੇ ਪੀਰੂ ਦੀ ਟਹਿਲ ਸੇਵਾ ਵਿੱਚ ਕੋਈ ਕਸਰ ਨਾ ਰਹਿਣ ਦਿੱਤੀ। ਉਸ ਸਾਲ ਵਿਸਾਖੀ ਵਾਲਾ ਮੇਲਾ ਭਾਵੇਂ ਪੂਰਾ ਭਰਿਆ ਸੀ, ਪਰ ਮੇਲੇ ਵਿੱਚ ਪਹਿਲਾਂ ਸਾਲਾਂ ਵਾਲੀ ਰੂਹ ਨਹੀਂ ਸੀ ਜਾਪਦੀ। ਗਵੰਤਰੀਆਂ, ਨਚਾਰਾਂ, ਹਿਜੜਿਆਂ ਤੇ ਹੋਰ ਢੱਡ ਸਰੰਗੀਆਂ ਵਾਲਿਆਂ ਨੇ ਆਪਣੇ ਆਪਣੇ ਅਖਾੜੇ ਜਮਾਏ, ਪਰ ਕਿਸੇ ਅਖਾੜੇ ਵਿੱਚ ਲੋਕ ਟਿਕੇ ਨਹੀਂ ਸਨ। ਪੀਰੂ ਦੀ ਗੈਰ ਹਾਜ਼ਰੀ ਲੋਕਾਂ ਨੂੰ ਰੜਕੀ ਸੀ। ਅਚਾਨਕ ਇੱਕ ਪਾਸਿਓਂ ਸਰੰਗੀ ਦੀ ਮਿੱਠੀ ਪਿਆਰੀ ਸੁਰ ਸੁਣਾਈ ਦਿੱਤੀ। ਹੂਕ ਅੰਬਰ ਨੂੰ ਗਈ ਤੇ ਢੱਡ ਨੇ ਜਿਵੇਂ ਮੇਲੇ ਨੂੰ ਆਪਣੇ ਵੱਲ ਖਿੱਚਣ ਲਈ ਤਰਲੇ ਪਾਏ। ਲੋਕ ਹੈਰਾਨ ਰਹਿ ਗਏ। ਪੀਰੂ ਨੇ ਪੂਰੇ ਬਜਦ ਵਿੱਚ ਬੋਲ ਚੁੱਕਿਆ। ਕਿਸੇ ਨੂੰ ਵੀ ਪੀਰੂ ਦੀ ਇਸ ਵਾਰ ਅਖਾੜਾ ਲਾ ਸਕਣ ਦੀ ਉਮੀਦ ਨਹੀਂ ਸੀ। ਹੁਣ ਪੀਰੂ ਨੂੰ ਅਖਾੜੇ ਵਿੱਚ ਦੇਖ ਕੇ ਕਈ ਮਸਤਾਨਿਆਂ ਨੇ ਵੜਕ ਮਾਰ ਦਿੱਤੀ ਸੀ। ਪੀਰੂ ਦੀ ਸਰੰਗੀ ਪਹਿਲਾਂ ਨਾਲੋਂ ਵੀ ਵਧੇਰੇ ਸੁਰੀਲੀ ਸੀ। ਪੀਰੂ ਦੇ ਚਿਹਰੇ 'ਤੇ ਅੱਗੇ ਨਾਲੋਂ ਵੀ ਕਈ ਗੁਣਾ ਵਧੇਰੇ ਚਮਕ ਸੀ। ਚਾਲ ਵਿੱਚ ਅੱਗੇ ਨਾਲੋਂ ਵਧੇਰੇ ਮਟਕ ਤੇ ਬੋਲਾਂ ਵਿੱਚ ਅੱਗੇ ਨਾਲੋਂ ਕਿਤੇ ਡੂੰਘਾਈ ਤੇ ਲੈਅ। ਪਰ ਸਰਦਾਰ ਪੂਰੀ ਵਾਹ ਲਾ ਕੇ ਵੀ ਪੀਰੂ ਦੀ ਸਰੰਗੀ ਨੂੰ ਮਾਰ ਨਹੀਂ ਸੀ ਸਕਿਆ। ਉਸ ਦਿਨ ਤੋਂ ਫੇਰ ਪੀਰੂ ਦੀ ਸਰੰਗੀ ਦੀਆਂ ਗੱਲਾਂ ਘਰ ਘਰ ਹੋਣ ਲੱਗੀਆਂ ਸਨ ਤੇ ਇੱਕ ਦਿਨ ਲੋਕਾਂ ਨੂੰ ਫਿਰ ਜਾਪਿਆ ਕਿ ਪੀਰੂ ਹੁਣ ਬੁੱਢਾ ਹੋ ਗਿਆ ਹੈ। ਲੋਕਾਂ ਨੇ ਸੋਚਿਆ ਹੁਣ ਸੱਚਮੁੱਚ ਪੀਰੂ ਦੀ ਸਰੰਗੀ ਦੀ ਮੌਤ ਹੋ ਗਈ ਹੈ। ਪੀਰੂ ਦੇ ਸ਼ਹਿਰ ਪੜ੍ਹਦੇ ਮੁੰਡੇ ਦੀ ਅਚਾਨਕ ਭੇਦ ਭਰੀ ਮੌਤ ਨਾਲ ਲੋਕਾਂ ਵਿੱਚ ਗੱਲਾਂ ਹੋਣ ਲੱਗੀਆਂ। ਬੜਾ ਲੈ ਕੇ ਮੁੰਡਾ ਸੀ, ਬੜਾ ਹੀ ਸਾਊ, ਗਊ ਵਰਗਾ। ਇਹੋ ਜਿਹੇ ਮੁੰਡੇ ਵਾਰ-ਵਾਰ ਨਹੀਂ ਜੰਮਦੇ। ਡਾਢਾ ਹੀ ਅਨਰਥ ਹੋਇਆ ਪੀਰੂ ਨਾਲ। ਇੰਨਾ ਭਲਾ ਪੁਰਸ਼ ਵਿਚਾਰਾ ਪੀਰੂ, ਰੱਬ ਵੀ ਖੌਰੇ ਭਲੇ ਪੁਰਸ਼ਾਂ ਦੀ ਵੈਰ ਪੈ ਜਾਂਦਾ ਹੈ। ਕੋਈ ਹੋਰ ਆਖਦਾ, ਪੁਲਿਸ ਤਾਂ ਕਹਿੰਦੀ ਇਹਦੀ ਲਾਗ ਡਾਟ ਵਾਲਿਆਂ ਨੇ ਮਾਰ ਕੇ ਲਾਸ਼ ਟੋਇਆਂ ਵਿੱਚ ਸੁੱਟੀ। ਪਾੜੇ ਦੀ ਭਲਾ ਕੀ ਦੁਸ਼ਮਣੀ ਕਿਸੇ ਨਾਲ।
ਮੁੰਡੇ ਦੀ ਮੌਤ ਬਾਰੇ ਸ਼ੱਕ ਹੀ ਸੀ। ਐਵੇਂ ਪੁਲਿਸ ਦੀ ਘੜੀ ਇਹ ਸਾਰੀ ਕਹਾਣੀ ਸੁਣਿਆ। ਮੁੰਡਾ 10 ਦਿਨਾਂ ਦਾ ਫੜਿਆ ਹੋਇਆ ਸੀ ਪੁਲਿਸ ਨੇ। ਪੀਰੂ ਨੇ ਪਿੱਛਾ ਵੀ ਨਾ ਕੀਤਾ। ਕਿਸੇ ਜਾਣੂ ਪਛਾਣ ਕੋਲ ਹੋਊ ਉੱਥੇ ਥਾਣੇ 'ਚ ਪੁਲਿਸ ਨੇ ਕੁੱਟਮਾਰ ਜ਼ਿਆਦਾ ਕਰਤੀ। ਮਾਸ ਚੀਰ ਚੀਰ ਕੇ ਵਿੱਚ ਲੂਣ ਮਿਰਚਾਂ ਪਾਈਆਂ, ਬਰਫ਼ 'ਤੇ ਪਾ ਕੇ ਖੱਲੜੀ ਉਧੇੜ ਦਿੱਤੀ। 9 ਜਮੂਰ ਨਾਲ ਖਿੱਚ ਤੇ ਕੁੱਟਦੇ ਕੁੱਟਦਿਆਂ ਹੀ ਮਰ ਗਿਆ। ਗਿੱਦੜੀਏ, ਪਾਲੂ ਨੇ ਆਸਾ ਪਾਸਾ ਵੇਖ ਕੇ ਹੌਲੀ ਜਿਹੀ ਕਿਹਾ, ਤੈਨੂੰ ਕਿਵੇਂ ਪਤਾ ਹੈ? ਆਪਣਾ ਘਣੀਏ ਵਾਲਾ ਰਿਸ਼ਤੇਦਾਰ ਮੁਨਸੀ ਆ ਨਾ ਥਾਣੇ 'ਚ, ਉਹਨੇ ਭੋਲ ਭੰਨੀ ਸੀ ਮੇਰੇ ਕੋਲ ਥੋੜ੍ਹੀ ਜੀ। ਪਰ ਪੁਲਿਸ ਐਵੇਂ ਕਿਵੇਂ ਫੜ ਲੂ? ਆਹ ਮੁੰਡੇ ਖੁੰਡੇ ਚੱਕੀ ਫਿਰਦੇ ਜੋ ਉਦੂਮਲ ਕਹਿੰਦੇ ਗਰੀਬਾਂ ਦਾ ਰਾਜ ਲਿਆਉਣਾ, ਲੈਂਟ ਲਾਟੀਏ ਮਾਰ ਮਾਰ ਕੇ ਮੁਕਾ ਦੇਣੇ। ਪੀਰੂ ਦਾ ਮੁੰਡਾ ਸ਼ਰਦੀ ਵੀ ਇੰਨਾ ਸੰਗ ਰਲ ਗਿਆ ਹੋਊ। ਸ਼ਹਿਰੀ ਮੀਟਿੰਗ ਕਰਦੇ ਹੁੰਦੇ ਸੀ ਗੁਪਤ। ਕਿਸੇ ਮੁਖਬਰੀ ਕਰਤੀ, ਮੀਟਿੰਗ ਕਰਦਿਆਂ ਤੇ ਹੀ ਛਾਪਾ ਮਾਰਿਆ। ਬਾਕੀ ਤਾਂ ਸਾਰੇ ਭੱਜ ਗਏ। ਸ਼ਰਦੀ ਤੇ ਹੋਰ 2 ਮੁੰਡੇ ਹੱਥ ਆ ਗਏ। ਹੋਰ ਸੁਣਿਆ, ਕੁੱਤੀਵਾਲ ਥਾਣੇਦਾਰ ਨੂੰ ਮਾਰਨ 'ਚ ਹੀ ਹੱਥ ਸੀਗਾ ਪਾੜੇ ਦਾ। ਗਿੱਦੜੀਏ ਨੂੰ ਪੀਰੂ ਦੇ ਮੁੰਡੇ ਬਾਰੇ ਕਾਫੀ ਜਾਣਕਾਰੀ ਜਾਪਦੀ ਸੀ। ਹਾਂ, ਗੱਲ ਤਾਂ ਤੇਰੀ ਠੀਕ ਹੈ ਚਾਚਾ। ਪਾੜਾ ਗੱਲਾਂ ਤਾਂ ਐਕਣੀ ਕਰਨ ਲੱਗ ਪਿਆ ਸੀ, ਹੋਰੂ ਜੇ 13 ਤਰ੍ਹਾਂ ਦੀਆਂ। ਇਹ ਗਿੰਦਰ ਸੀ। ਹੋਰ ਤਰ੍ਹਾਂ ਦੀਆਂ ਕਿਵੇਂ? ਹਰ ਕੋਈ ਤਹਿ ਤੱਕ ਪਹੁੰਚਣਾ ਚਾਹੁੰਦਾ ਸੀ। ਕਿਰਾਂ ਪਿੱਛੇ ਜੇ ਮਿਲਿਆ, ਕਹਿੰਦਾ ਗਿੰਦਰਾ ਕੀ ਹਾਲ ਹੈ? ਮੈਂ ਐਵੇਂ ਸਵੈਕੀ ਕਿਹਾ, ਕੀ ਹਾਲ ਪੁੱਛਦਾ? ਬਸ ਬੁਰਾ ਹਾਲ ਹੈ। ਸਾਰੀ ਦਿਹਾੜੀ ਦੇਹ ਤੋੜ ਕੇ ਕੰਮ ਕਰੀਦਾ, ਪੇਟ ਨੂੰ 2 ਡੰਗ ਦੀ ਰੋਟੀ ਨਹੀਂ ਜੁੜਦੀ। ਭੁੱਖੇ ਮਰਨ ਵਾਲੀ ਗੱਲ ਹੈ। ਡਾਢੇ ਬੁਰੇ ਦਿਨ ਲੰਘਦੇ। ਮੈਨੂੰ ਬੜੇ ਜੋਸ਼ ਵਿੱਚ ਹਿੱਕ ਚੌੜੀ ਕਰਕੇ ਕਹਿੰਦਾ, ਗਿੰਦਰਾ ਮਾੜੇ ਹਾਲ ਜ਼ਿਆਦਾ ਦਿਨ ਨਹੀਂ ਰਹਿਣੇ। ਵੱਡੀਆਂ ਗੋਗਣਾਂ ਵਾਲੇ ਹੁਣ ਖਤਮ ਹੀ ਸਮਝ। ਬਸ ਕਿਰਾਂ ਚੜ੍ਹ ਲੈਣ ਦੇ ਢਾਕ ਤੇ ਮੇਰੇ ਪੁੱਤਦਿਆਂ ਨੂੰ। ਕਸਮ ਨਾਲ ਪਾੜੇ ਦਾ ਮੂੰਹ ਉਦੋਂ ਜਮਾਂ ਲਾਲ ਸੁਰਖ ਹੋ ਗਿਆ ਸੀ। ਮੈਨੂੰ ਕਹਿਣ ਲੱਗਾ, ਗਿੰਦਰਾ ਕਮਾਈ ਅਸੀਂ ਕਰੀਏ, ਅੰਨ ਅਸੀਂ ਉਗਾਈਏ, ਖਾਈ ਜਾਣੇ ਮਗਰਮੱਛ। ਇਮਾਰਤਾਂ ਅਸੀਂ ਉਸਾਰੀਏ, ਵਿੱਚ ਚੌੜੇ ਹੋ ਬਹਿਣ ਤੇ ਇਹ ਸਾਨੂੰ ਸਿਰ ਢੱਕਣ ਜੋਗੀ ਕੁੱਲੀ ਵੀ ਨਸੀਬ ਨਾ ਹੋਵੇ। ਲੱਖ ਲਾਹਣਤਾਂ ਇਹੋ ਜਿਹੀ ਜ਼ਿੰਦਗੀ ਦੇ। ਹੈ ਕੋਈ ਇਨਸਾਫ? ਨਿਰਾ ਨਰਕ। ਇਹ ਵੱਡੇ ਲੋਕ ਕਿੰਨੇ ਕੁ, ਜੇ ਅਸੀਂ ਗਰੀਬ ਲੋਕ ਇਕਮੁੱਠ ਹੋ ਜਾਈਏ ਤਾਂ ਇਹ ਫੂਕ ਮਾਰਿਆਂ ਉੱਡ ਜਾਣਗੇ। ਗਰੀਬਾਂ ਦਾ ਰਾਜ ਹੋਊ ਇੱਥੇ। ਚਾਚਾ ਪਾਲੂਆ, ਕੇਰਾਂ ਤਾਂ ਮੇਰੇ ਖਾਨੇ ਵੀ ਵੜ ਗਈ ਬਈ ਪਾੜਾ ਠੀਕ ਕਹਿੰਦਾ। ਗਿੰਦਰ ਨੇ ਪਾੜੇ ਨਾਲ ਹੋਈ ਪੁਰਾਣੀ ਗੱਲ ਦੱਸੀ। ਹੋਰ ਮੈਂ ਝੂਠ ਮਾਰਦਾ ਸਿਆਣਾ ਬਿਆਣਾ? ਪਾੜਾ ਪੁਲਿਸ ਨੇ ਹੀ ਮਾਰਿਆ। ਚਲੋ ਕਿਵੇਂ ਹੋ ਗਈ? ਹੋਈ ਬਹੁਤ ਮਾੜੀ। ਮਾੜੀ ਵਰਗੀ ਮਾੜੀ? ਪੀਰੂ ਨਹੀਂ ਉੱਠਦਾ ਹੁਣ ਸਾਰੀ ਉਮਰ। ਇਹ ਸੱਟ ਸਹਾਰੀ ਨਹੀਂ ਜਾਣੀ ਉਹਦੇ ਤੋਂ। ਸਾਰੇ ਇਲਾਕੇ ਹੀ ਦੀ ਰੂਹ ਸੀ ਪੀਰੂ। ਇਹਦੀ ਸਰੰਗੀ ਸੁਣ ਕੇ ਮੁਰਦੇ 'ਚ ਵੀ ਜਾਨ ਪੈ ਜੇ। ਕੋਈ ਡਾਢੇ ਫਿਕਰ ਤੇ ਸੋਗ ਨਾਲ ਆਖਦਾ। ਹੁਣ ਪੀਰੂ ਦੀ ਸਰੰਗੀ ਤੇ ਸ਼ਾਨੀ ਕੌਲਾਂ ਨਹੀਂ ਮਿਲਣੀ ਸੁਣਨ ਨੂੰ। ਕੋਈ ਢਹਿੰਦੀ ਜਾਂਦੀ ਉਮਰ ਵਾਲਾ ਆਖਦਾ, ਹੁਣ ਬਚਦਾ ਨਹੀਂ ਬਾਹਲਾ ਚਿਰ। ਪੁੱਤ ਦੀ ਸੱਟ ਕੋਈ ਪੱਥਰ ਦਿਲ ਦੀ ਸਹਾਰ ਸਕਦਾ। 2 ਹੀ ਪੁੱਤ ਸੀ, ਇਹੀ ਲੈਕ ਸੀ। ਦੂਜਾ ਤਾਂ ਉਹੀ ਲੁੱਟਰਾ ਵਿਹਲਾ ਤੁਰਿਆ ਫਿਰਦਾ ਰਹਿੰਦਾ। ਮਜਾਲ ਹੈ ਕਿ ਪੀਰੂ ਦੇ ਆਖੇ ਲੱਗ ਜੇ। 100 ਦੀ ਇੱਕੋ ਗੱਲ, ਪੀਰੂ ਦੀ ਸਰੰਗੀ ਦੀ ਮੌਤ ਹੋ ਗਈ ਹੈ ਤੇ ਇਉਂ ਗੱਲ ਖਤਮ ਹੋ ਜਾਂਦੀ। ਹਰ ਚੁਰਸਤੇ, ਮੋੜ, ਗਲੀ, ਮੁਹੱਲੇ ਵਿੱਚ ਇਸੇ ਭਾਂਤ ਦੀਆਂ ਗੱਲਾਂ ਹੋਈਆਂ। ਪੀਰੂ ਤਾਂ ਜਿਵੇਂ ਮੰਜੇ ਨਾਲ ਹੀ ਜੁੜ ਗਿਆ ਸੀ। 2.5-3 ਮਹੀਨੇ ਉਹ ਉੱਠ ਨਹੀਂ ਸੀ ਸਕਿਆ। ਫਿਰ ਹੌਲੀ ਹੌਲੀ ਉਸਨੇ ਬਾਹਰ ਤੁਰਨਾ ਫਿਰਨਾ ਸ਼ੁਰੂ ਕਰ ਦਿੱਤਾ। ਉਸਨੂੰ ਬਿਮਾਰਾਂ ਵਾਂਗ ਤੁਰੇ ਜਾਂਦੇ ਨੂੰ ਦੇਖ ਕੇ ਲੋਕ ਲੰਮਾ ਹੌਂਕਾ ਖਿੱਚ ਲੈਂਦੇ। ਪਰ ਲੋਕਾਂ ਦੀਆਂ ਅਜਿਹੀਆਂ ਸਾਰੀਆਂ ਕਿਆਸਾਂ ਆਰਾਈਆਂ ਉਸ ਸਮੇਂ ਝੂਠ ਸਾਬਤ ਹੋਈਆਂ ਜਦੋਂ ਜਗਰਾਵਾਂ ਦੀ ਰੌਸ਼ਨੀ ਤੇ ਪੀਰੂ ਦੀ ਸਰੰਗੀ ਨੇ ਲੋਕਾਂ ਦੇ ਕਾਲਜੇ ਧੂ ਪਾਈ। ਪੀਰੂ ਨੇ ਅੱਗ ਨਾਲੋਂ ਵੀ ਵਧੇਰੇ ਜੋਸ਼ ਨਾਲ ਬੋਲ ਚੁੱਕੇ ਸਨ। ਐਤਕੀ ਉਸਨੇ ਸਭ ਤੋਂ ਪਹਿਲਾਂ ਬੰਦਾ ਬਹਾਦਰ ਦੀ ਵਾਰ ਸੁਣਾਈ। ਦੁੱਲਾ ਪੱਟੀ ਤੇ ਸ਼ਹੀਦ ਭਗਤ ਸਿੰਘ ਦੀਆਂ ਵਾਰਾਂ ਵੀ ਸੁਣਾਈਆਂ। ਪੀਰੂ ਦਾ ਛੋਟਾ ਮੁੰਡਾ ਕਾਦਰੀ ਵੀ
ਪਹਿਲੀ ਵਾਰ ਪੀਰੂ ਨਾਲ ਅਖਾੜੇ ਵਿੱਚ ਆਇਆ ਸੀ। ਕਾਦਰੀ ਨੇ ਪਹਿਲੀ ਵਾਰ ਬੋਲ ਚੁੱਕਿਆ। ਲੋਕ ਹੈਰਾਨ ਰਹਿ ਗਏ। ਬਿਲਕੁਲ ਪੀਰੂ ਵਰਗੀ ਆਵਾਜ਼। ਲੋਕਾਂ ਨੂੰ ਆਪਣੀਆਂ ਅੱਖਾਂ ਤੇ ਕੰਨਾਂ 'ਤੇ ਵਿਸ਼ਵਾਸ ਨਾ ਆਵੇ। ਕਾਦਰੀ 5ਵੀਂ 6ਵੀਂ ਵਿੱਚ ਹੀ ਸਕੂਲੋਂ ਭੱਜ ਗਿਆ ਸੀ। ਵਾਗੀਆਂ ਪਾਲੀਆਂ ਨਾਲ ਰਲ ਨਸ਼ੇ ਪੱਤੇ ਕਰਦਾ ਪੂਰਾ ਵੈਲੀ ਬਣਿਆ ਰਹਿੰਦਾ ਸੀ। ਪੀਰੂ ਇਸ ਮੁੰਡੇ ਤੋਂ ਡਾਢਾ ਦੁਖੀ ਸੀ। ਕਾਦਰੀ ਪੀਰੂ ਦੀ ਕੋਈ ਗੱਲ ਨਹੀਂ ਸੀ ਮੰਨਦਾ। ਕਾਦਰੀ ਨੂੰ ਪੀਰੂ ਨਾਲ ਵੇਖ ਲੋਕ ਹੈਰਾਨ ਤੇ ਖੁਸ਼ ਹੋਏ। ਪੀਰੂ ਨੂੰ ਵੀ ਆਪ ਜਿਹਾ ਜਿਵੇਂ ਡਾਢਾ ਹੀ ਚਾਅ ਚੜ੍ਹਿਆ। ਇੰਜ ਹੌਲੀ ਹੌਲੀ ਪੀਰੂ ਕਾਦਰੀ ਨੂੰ ਆਪਣੇ ਨਾਲ ਅਖਾੜਿਆਂ 'ਤੇ ਲਿਜਾਣ ਲੱਗ ਪਿਆ ਸੀ। ਕਾਦਰੀ ਹੁਣ ਤਾਂ ਪੀਰੂ ਤੋਂ ਬਗੈਰ ਹਰੀਪੁਰੀਏ ਰਲੇ ਅਤੇ ਅੱਲਾ ਦਿੱਤੇ ਨਾਲ ਰਲ ਕੇ ਬੋਲ ਲਾਉਣ ਲੱਗ ਪਿਆ। ਸਾਰੰਗੀ 'ਤੇ ਵੀ ਉਸਦਾ ਹੱਥ ਬਿਲਕੁਲ ਪੀਰੂ ਵਾਂਗ ਚੱਲਦੇ ਸਨ। ਪੀਰੂ ਦਾ ਮੁੰਡਾ ਤਾਂ ਜਮਾ ਹੀ ਪੀਰੂ 'ਤੇ ਗਿਆ। ਉਹ ਹੱਥ, ਉਹ ਬੋਲ, ਜਿਵੇਂ ਕਹਿੰਦੇ ਹੁੰਦੇ ਨੇ, ਪਿਓ ਪਰ ਪੂਤ, ਪਿਤਾ ਪਰ ਘੋੜਾ, ਬਹੁਤਾ ਨਹੀਂ ਤਾਂ ਥੋੜ੍ਹਾ ਥੋੜ੍ਹਾ। ਬੋਲ ਕਰਦਿਆਂ ਸੁਣ ਕੇ ਲੋਕ ਆਖਦੇ ਪੀਰੂ ਵੀ ਆਪਣੇ ਵਾਰਸ 'ਤੇ ਖੁਸ਼ ਸੀ। ਅਖਾੜੇ ਵਿੱਚ ਮੁੰਡਾ ਗਾਉਂਦਾ ਤਾਂ ਪੀਰੂ ਜਿਵੇਂ ਸ਼ਰਾਬੀ ਹੋ ਜਾਂਦਾ। ਲੋਕ ਕਹਿੰਦੇ ਸਨ ਪੀਰੂ ਵਿੱਚ ਸਰਸਵਤੀ ਦੇਵੀ ਆਉਂਦੀ ਹੈ। ਹੋਰ ਐਵੇਂ ਤਾਂ ਨਹੀਂ ਸਾਰੰਗੀ ਦਿਨੋਂ ਦਿਨ ਸੁਰੀਲੀ ਹੁੰਦੀ ਜਾਂਦੀ। ਮਜ਼ਾਲ ਕੀ ਵੱਧਦੀ ਉਮਰ ਅੜਿੱਕਾ ਢਾਹ ਦੇਵੇ। ਪੀਰੂ ਲੋਕਾਂ ਦੇ ਦਿਲਾਂ 'ਤੇ ਰਾਜ ਕਰਦਾ ਸੀ। ਲੋਕ ਵੱਡੇ ਮੁੰਡੇ ਦੀ ਮੌਤ ਦਾ ਅਸਲ ਤਕੜੇ ਦਿਲ ਨਾਲ ਜਰ ਲੈਣ 'ਤੇ ਪੀਰੂ ਦੇ ਜਿਗਰੇ ਦੀ ਪ੍ਰਸ਼ੰਸਾ ਕਰਦੇ ਸਨ। ਪੀਰੂ ਜਦੋਂ ਦਾ ਗਾਉਣ ਲੱਗਾ ਸੀ, ਪਹਿਲੀ ਵਾਰ ਉਸਦੀ ਹਜ਼ਰਤ ਸ਼ਾਹ ਦੀ ਦਰਗਾਹ ਉੱਤੇ ਲੱਗੇ ਮੇਲੇ ਵਿੱਚ ਗੈਰ ਹਾਜ਼ਰੀ ਹੋਈ ਸੀ। ਪੀਰੂ ਨੂੰ ਵਾਂਢੇ ਜਾਣਾ ਪਿਆ ਸੀ। ਪੀਰੂ ਦੀ ਕੁੜੀ ਬੜਬਰ ਲਾਗੇ ਕਿਸੇ ਪਿੰਡ ਵਿਆਹੀ ਹੋਈ ਸੀ। ਉਸਦੇ ਸਹੁਰੇ ਕਿਸੇ ਨਾਲ ਲੜ ਪਏ ਸਨ। ਪੀਰੂ ਦੇ ਜਵਾਈ ਨੂੰ ਠਾਣੇ ਫੜਿਆ ਹੋਇਆ ਸੀ। ਇਸ ਕਰਕੇ ਪੀਰੂ ਨੂੰ ਅਣਸਰਦੇ ਹੀ ਜਾਣਾ ਪਿਆ ਸੀ। ਭਾਵੇਂ ਪੀਰੂ ਮੇਲੇ ਵਿੱਚ ਨਹੀਂ ਸੀ, ਪਰ ਕਾਦਰੀ ਨੇ ਅਖਾੜਾ ਪੂਰਾ ਜਮਾ ਦਿੱਤਾ ਸੀ। ਲੋਕਾਂ ਨੂੰ ਪੀਰੂ ਦੀ ਘਾਟ ਰੜਕੀ ਨਹੀਂ ਸੀ। ਲੋਕ ਕਾਦਰੀ ਦੇ ਗਾਉਣ ਤੋਂ ਮੈਲ ਹੋਏ ਪਏ ਸਨ। ਕਾਦਰੀ ਬਾਪੂ ਵਾਂਗ ਹੀ ਆਵਾਜ਼ਾਂ ਲਾ ਰਿਹਾ ਸੀ। ਧਰੂ ਭਗਤ, ਦਾਹੂਦ ਬਾਦਸ਼ਾਹ, ਵੇਗੋਨਾਰ, ਕੁੰਡਾ ਡਾਕੂ ਤੇ ਸੁੱਚੇ ਸੁਰਮੇ ਦੇ ਪ੍ਰਸੰਗ ਸੁਣਾ ਕੇ ਉਸਨੇ ਤਸੱਲੀ ਕਰਵਾ ਦਿੱਤੀ ਸੀ। ਇਕੱਠ ਵਿੱਚ ਰੰਗੜੀਆ ਸਰਦਾਰ ਗੁਰਵੀਰ, ਜੋ ਬਘੈਲ ਸਿੰਘ ਦਾ ਮੁੰਡਾ ਸੀ, ਵੀ ਬੈਠਾ ਹੋਇਆ ਸੀ। ਉਸਨੇ ਵੀ ਨੋਟਾਂ ਦਾ ਮੀਂਹ ਵਰਾ ਦਿੱਤਾ। ਜਦੋਂ ਅਖਾੜਾ ਸਿਖਰ 'ਤੇ ਚਲਾ ਗਿਆ, ਰੰਗੜੀਏ ਸਰਦਾਰ ਨੇ ਕਾਦਰੀ ਨੂੰ ਮਿਰਜ਼ੇ ਦੀ ਫਰਮਾਇਸ਼ ਕਰ ਦਿੱਤੀ। ਹਰੀਪੁਰੀਆ ਰਲੇ ਨੇ ਕਾਦਰੀ ਨੂੰ ਰੋਕਣ ਦਾ ਯਤਨ ਕੀਤਾ, ਪਰ ਕਾਦਰੀ ਨੇ ਬੋਲ ਚੁੱਕ ਲਿਆ ਸੀ। ਚੜ੍ਹਦੇ ਮਿਰਜ਼ੇ ਖਾਨ ਨੂੰ ਵੰਝਲ ਦਿੱਤਾ ਮੱਤ, ਪੱਠ ਰੰਨਾਂ ਦੀ ਦੋਸਤੀ, ਖਰੀ ਜਿਨ੍ਹਾਂ ਦੀ ਮੱਤ। ਪਹਿਲਾਂ ਹੱਸ ਹੱਸ ਲਾਉਂਦੀਆਂ ਯਾਰੀਆਂ, ਪਿੱਛੋਂ ਰੋ ਰੋ ਦਿੰਦੀਆਂ ਦੱਸ। ਲੱਥੀ ਹੱਥ ਨਾ ਆਵਦੀ ਓ ਜੱਟ ਮਿਰਜ਼ਿਆ, ਕਦੇ ਦਾਨਿਸ਼ਮੰਦਾਂ ਦੀ ਪੱਤ ਓਏ ਭੋਲਿਆ। ਸਰਦਾਰਾਂ ਤੇ ਉਸਦੀ ਜੁੰਡਲੀ ਦੇ ਬੱਕਰੇ ਬੁਲਾਏ। ਫਿਰ ਸਰਦਾਰ ਜੋ ਕਹਿੰਦੇ ਕਹੇ। ਕਾਦਰੀ ਉਹ ਗੰਦਮੰਦ ਸੁਣਾਉਂਦਾ ਰਿਹਾ। ਅੱਲਾ ਦਿੱਤੇ ਤੇ ਰਲੇ ਦੀ ਕੋਈ ਪੇਸ਼ ਨਾ ਗਈ। ਸਰਦਾਰ ਦੇ ਚਮਚਿਆਂ ਨੇ ਕਾਦਰੀ ਨੂੰ ਮੋਢਿਆਂ 'ਤੇ ਚੁੱਕ ਲਿਆ। ਸਾਈਂ ਹੁਸਨ ਸ਼ਾਹ ਸਾਰੇ ਸਮੇਂ ਦੌਰਾਨ ਅਖਾੜੇ ਵਿੱਚ ਨਹੀਂ ਸੀ ਰਿਹਾ। ਉਹ ਭਰੇ ਦਿਲ ਨਾਲ ਅਖਾੜਾ ਵਿੱਚ ਹੀ ਛੱਡ ਕੇ ਅੰਦਰ ਜਾ ਬੈਠਾ ਸੀ। ਸਰਦਾਰ ਅਤੇ ਉਸਦੇ ਪਾਸ਼ੂ ਚਾਂਬੜਾ ਮਾਰਦੇ ਰਹੇ। ਮਿਰਜ਼ਾ ਸੁਣ ਕੇ ਉਹਨਾਂ ਦੀ ਪੀਤੀ ਦਾ ਨਸ਼ਾ ਕਈ ਗੁਣਾ ਵੱਧ ਗਿਆ ਸੀ। ਘਰ ਵਾਪਸ ਪਰਤਦਿਆਂ ਪੀਰੂ ਨੂੰ ਰਾਹ ਵਿੱਚ ਹੀ ਕਾਦਰੀ ਦੀ ਕਰਤੂਤ ਦਾ ਪਤਾ ਲੱਗ ਗਿਆ ਸੀ। ਉਸ ਨੂੰ ਪਿੰਡ ਪੁੱਜਣਾ ਹੀ ਮੁਸ਼ਕਿਲ ਹੋ ਗਿਆ ਸੀ। ਸਬੱਬੀ ਫਿਰਨੀ 'ਤੇ ਉਸ ਨੂੰ ਰੰਗੜੀਆ ਸਰਦਾਰ ਮਿਲ ਗਿਆ ਸੀ। ਪੀਰੂ ਉਸ ਦੀਆਂ ਅੱਖਾਂ ਨਾਲ ਅੱਖਾਂ ਨਾ ਮਿਲਾ ਸਕਿਆ। ਸਰਦਾਰ ਵਘੇਲ ਸਿੰਘ ਦੀਆਂ ਅੱਖਾਂ ਵਿੱਚ ਤੈਰਦੀ ਸ਼ਰਾਰਤ ਭਰੀ ਮੁਸਕਾਨ ਉਸ ਦੇ ਆਰ ਪਾਰ ਲੰਘ ਗਈ। ਸਰਦਾਰ ਜੋ ਪੀਰੂ ਨੂੰ ਦੇਖ ਕੇ ਨੀਵੀਂ ਸੁੱਟ ਲਿਆ ਕਰਦਾ ਸੀ, ਮੁੱਛਾਂ ਨੂੰ ਵੱਟ ਦਿੰਦਾ ਖੰਘੂਰੇ ਮਾਰਦਾ ਰਿਹਾ। ਪੀਰੂ ਨੂੰ ਜਾਪਿਆ ਜਿਵੇਂ ਪਹਿਲੀ ਵਾਰ ਉਸ ਦੀ ਸਰਦਾਰ ਹੱਥੋਂ ਹਾਰ ਹੋਈ ਸੀ। ਉਸ ਨੂੰ ਆਪਣਾ ਆਪ ਸਰਦਾਰ ਤੋਂ ਬੌਣਾ ਜਾਪਿਆ ਸੀ। ਘਰ ਆ ਕੇ ਉਹ ਸ਼ਾਮ ਤੱਕ ਬੇਚੈਨੀ, ਗੁੱਸੇ ਅਤੇ ਆਵਾਜ਼ਾਰੀ ਨਾਲ ਵਿਹੜੇ ਵਿੱਚ ਘੁੰਮਦਾ ਰਿਹਾ। ਕੁਸਮੁਸੇ ਹੋਏ ਕਾਦਰੀ ਘਰ ਆਇਆ। ਅਖਾੜੇ ਵਿੱਚੋਂ ਮਿਲੇ ਚਮਕਦੇ ਨੋਟ ਉਸਨੇ ਹੱਥਾਂ 'ਚ ਫੜੇ ਹੋਏ ਸਨ। ਵਿਹੜੇ ਵਿੱਚ ਵੜਦਿਆਂ ਹੀ ਕਾਦਰੂ ਪੀਰੂ ਵੱਲ ਗਿਆ। ਉਸਨੇ ਪੈਰੀਂ ਹੱਥ ਲਾਉਂਦਿਆਂ ਨੋਟ ਪੀਰੂ ਵੱਲ ਵਧਾ ਦਿੱਤੇ।
ਪੀਰੂ ਨੇ ਗੁੱਸੇ ਨਾਲ ਨੋਟ ਕਾਦਰੀ ਦੇ ਹੱਥੋਂ ਧਰੂ ਲਏ ਅਤੇ ਪੂਰੇ ਜੋਸ਼ ਨਾਲ ਉਸਦੇ ਮੂੰਹ 'ਤੇ ਚਲਾ ਮਾਰੇ। ਵਿਹੜੇ ਵਿੱਚ ਪਈ ਬੈਨ ਦੀ ਸੋਟੀ ਚੁੱਕ ਬਿਨਾਂ ਕੁਝ ਬੋਲਿਆ ਤੈਂ ਤੈਂ ਕਰ ਕਾਦਰੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਹ ਉਨਾ ਚਿਰ ਕੁੱਟਦਾ ਰਿਹਾ ਜਿੰਨਾ ਚਿਰ ਹੱਫ ਕੇ ਡਿੱਗ ਨਾ ਪਿਆ। ਉਸਨੇ ਕਾਦਰੀ ਨੂੰ ਘਰੋਂ ਨਿਕਲ ਜਾਣ ਤੇ ਸਾਰੀ ਉਮਰ ਮੱਥੇ ਨਾ ਲੱਗਣ ਦਾ ਹੁਕਮ ਸੁਣਾ ਦਿੱਤਾ। ਇਸ ਘਟਨਾ ਤੋਂ ਬਾਅਦ ਪੀਰੂ ਮੰਜੇ 'ਤੇ ਐਸਾ ਡਿੱਗਿਆ ਫਿਰ ਉੱਠ ਨਾ ਸਕਿਆ। ਘਰੋਂ ਬਾਹਰ ਨਿਕਲਣਾ ਬੰਦ ਹੋ ਗਿਆ। 15ਵੇਂ ਦਿਨ ਪੀਰੂ ਦੇ ਘਰੋਂ ਹਰੀਪੁਰੇ ਰਲੇ ਅਤੇ ਢੇਰੀਆਂ ਵਾਲੇ ਆਲੇ ਦਿੱਤੇ ਦੇ ਰੋਣ ਦੀਆਂ ਆਵਾਜ਼ਾਂ ਲੋਕਾਂ ਨੇ ਸੁਣੀਆਂ। ਪੀਰੂ ਦੀ ਮੌਤ 'ਤੇ ਜਿਵੇਂ ਸਾਰਾ ਹੀ ਪਿੰਡ ਮਸੋਸਿਆ ਗਿਆ ਸੀ। ਛੇਤੀ ਪਿੱਛੋਂ ਢੇਰੀਆਂ ਵਾਲੇ ਆਲਾ ਦਿੱਤੇ ਵੀ ਪੀਰੂ ਦੀ ਮੰਗਰੀ ਤੁਰ ਗਿਆ। ਪੀਰੂ ਦੀ ਟੋਲੀ ਵਿੱਚ ਹਰੀਪੁਰਿਆ ਰਲਾ ਹੀ ਰਹਿ ਗਿਆ ਸੀ। ਕਾਹਦੀਆਂ ਗੱਲਾਂ, ਪੀਰੂ ਰੌਣਕਾਂ ਹੀ ਲੈ ਗਿਆ ਪਿੰਡ ਦੀਆਂ। ਆਪਦੇ ਨਾਲ ਪੀਰੂ ਦੀ ਨਹੀਂ ਸਰੰਗੀ ਦੀ ਮੌਤ ਹੋ ਗਈ ਹੈ। ਪੀਰੂ ਦੀ ਸਰੰਗੀ ਸੁਣਨ ਤੋਂ ਤਰਸ ਗਏ ਲੋਕਾਂ ਗੱਲਾਂ ਕਰਦੇ ਸਨ, ਪੁੱਤ ਦੇਵਸਿਆਂ ਆ ਜਾ ਥੱਲੇ ਸੌਂ ਜਾ, ਸੁਬਾਹ ਫੇਰ ਜਾਣਾ ਹੋਊ ਕੰਮ 'ਤੇ। ਬਾਪੂ ਨੂੰ ਕਾਫੀ ਉਡੀਕ ਬਾਅਦ ਮੈਨੂੰ ਦੁਬਾਰਾ ਆਵਾਜ਼ ਦੇ ਦਿੱਤੀ ਸੀ। ਮੈਂ ਚੁੱਪਚਾਪ ਥੱਲੇ ਉਤਰ ਗਿਆ। ਜਦੋਂ ਦਾ ਪੀਰੂ ਮਰਿਆ ਇਹ ਕਦੇ ਕਦੇ ਇਸੇ ਤਰ੍ਹਾਂ ਟਿੱਕੀ ਰਾਤ ਨੂੰ ਲਗੋਜ਼ੇ ਵਜਾਉਣ ਲੱਗ ਜਾਂਦਾ ਹੈ। ਲੋਕ ਕਹਿੰਦੇ ਕਿ ਅਖੇ ਪੀਰੂ ਦੀ ਰੂਹ ਰਲੇ 'ਚ ਆ ਵੜੀ, ਨਹੀਂ ਆਏ ਭਲਾ ਲਗੋਜ਼ੇ ਦੀਆਂ ਸੁਰਾਂ ਵਿੱਚ ਇੰਨਾ ਰਸ ਕਿਵੇਂ ਆਜੂ, ਬਾਪੂ ਆਖ ਰਿਹਾ ਸੀ। ਧੰਨਵਾਦ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ, ਤੁਹਾਡੇ ਲਈ।